मन रे मन रे कहाँ पे हो मैं मौला मन रे और नहीं जाने टहनिस और पयो लोग सब होगा पयो लोग सब होगा पयो सब होगा
परदेसिया सुनत संदेसिया कोई परदेसिया सुनत संदेसिया तज अन लगे जन्म में मर पगे हर तज अन लगे जन्म में मर पगे हर हर जन्म ले जीवत से रहे जीवत से सोए परदेसिया सुनत संदेसिया परदेसिया सुनत संदेसिया परदेसिया सुनत संदेसिया माई मेरे मन को सुख माई मेरे मन को सुख
पौने पानी अग्नि का मेल, पौने पानी अग्नि का मेल, पौने पानी अग्नि का मेल, चंचल चपल बुद्ध का खेल, चंचल चपल बुद्ध का खेल, पौने पानी अग्नि का मेल, पौने पानी अग्नि का मेल, चंचल चपल बुद्ध का खेल, चंचल चपल बुद्ध का खेल। 9 दरवाजे 10वां द्वार, 9 दरवाजे बुझले ज्ञानी हे विचार, बुझले ज्ञानी हे विचार, कथता बकता सुनता सोई, कथता बकता सुनता सोई, आप विचारे सुज्ञानी होई, आप विचारे सुज्ञानी होई, पौने पानी अग्नि का मेल, पौने पानी अग्नि का मेल, चंचल चपल बुद्ध का खेल, चंचल चपल बुद्ध का खेल। देही माटी बोले
तट तीरथ जाई जयकार तट तीरथ रतन पदारथ कट ही माही रतन पदारथ कट ही माही पढ़ पढ़ पंडित बात बखाने पढ़ पढ़ पंडित बात बखाने पढ़ पढ़ पंडित बात बखाने पीतर होंदी वस्त न जाने पीतर होंदी वस्त न जाने पौने पानी अग्नि का मेल पौने पानी अग्नि का मेल चल चल चपल बुध का खेल चल चल चपल बुध का खेल हुआ मेरी हुई बलाए हो नाम हुआ मेरी हुई हो नाम हुआ जो रहे आसमाए हो नाम हुआ जो रहे आसमाए कहो नानक गुरु ब्रह्म दिखाया कहो नानक गुरु ब्रह्म दिखाया कहो नानक गुरु ब्रह्म दिखाया मरता जाता नजर न आया मरता जाता नजर न आया पौने पानी अग्नि का मेल पौने पानी अग्नि का मेल चल चल चपल बुध का खेल चल चल चपल बुध का नौ दरवाजे दसवां गुजरे ज्ञानी विचार कथता बकता सुनता सोई आप विचारे सुज्ञानी होई पौने पानी अग्नि का मेल
का खेल। तू करता तू हुआ, तू करता तू हुआ, तू मुझ में रहा, मुझ में रहा। तू करता तू हुआ, तू करता तू हुआ, जब आपा पर का मिट गया, जब आपा पर का मिट गया, जब देखूं तब जब देखूं तब वाहिगुरू जी का खालसा, वाहिगुरू जी की फतेह। नमस्कार, अस्सलाम वालेकुम। ਅਸੀਂ ਜੋ ਪ੍ਰੋਗਰਾਮ ਕਰਦੇ ਹਾਂ ਸਾਰੀ ਦੁਨੀਆ ਦੇ ਭਲੇ ਵਾਸਤੇ ਸਾਂਝੀਵਾਲਤਾ ਦਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਚੋਂ ਸਮਝਣ ਦਾ ਯਤਨ ਕਰਦੇ ਹਾਂ। ਦੁਨੀਆ ਦਾ ਕੋਈ ਵੀ ਇਨਸਾਨ ਕਿਸੇ ਵੀ ਮਜ਼ਹਬ ਵਾਲਾ ਹੋਵੇ, ਸਾਡੇ ਸਭ ਦੀ ਮਾਨਸਿਕ ਸਥਿਤੀ ਔਰ ਸਾਡੀਆਂ ਪ੍ਰੋਬਲਮਸ ਕਾਮਨ ਹੁੰਦੀਆਂ ਨੇ। ਇਸ ਕਰਕੇ ਸਾਨੂੰ ਸਾਡੇ ਮਨ ਬਾਰੇ ਜਿਤਨੀ ਸੋਝੀ ਮਿਲੇ ਉਤਨਾ ਚੰਗਾ ਹੈ। ਮੈਡੀਕਲ ਸਾਇੰਸ ਵਿੱਚ ਬਹੁਤ ਜ਼ਿਆਦਾ ਖੋਜ ਪੱਟ ਕੀਤੀ ਗਈ ਹੈ, ਪਰ ਬ੍ਰੇਨ ਉੱਤੇ ਸਭ ਤੋਂ ਘੱਟ ਖੋਜ ਹੋਈ ਹੈ, ਕਿਉਂਕਿ ਬ੍ਰੇਨ ਨੂੰ ਸਾਇੰਟਿਸਟ ਕਹਿੰਦੇ ਹਨ ਇਟਸ ਲਾਈਕ ਜੰਗਲ। ਸੋ ਬ੍ਰੇਨ ਉੱਤੇ ਸਭ ਤੋਂ ਘੱਟ ਖੋਜ ਹੋਈ ਹੈ ਔਰ ਸਾਇੰਸ ਇਹ ਮੰਨਣ ਲੱਗ ਪਈ ਹੈ ਕਿ ਬ੍ਰੇਨ ਦੀ ਡੈਥ ਇਜ਼ ਇਕੁਅਲ ਟੂ ਫਿਜ਼ੀਕਲ ਡੈਥ, ਕਿਉਂਕਿ ਜੋ ਇਨਸਾਨ ਕੋਮਾ 'ਚ ਚਲਾ ਜਾਂਦਾ ਹੈ ਜਾਂ ਜਿਸ ਇਨਸਾਨ ਦੇ ਬ੍ਰੇਨ ਦੇ ਮੈਸੇਜਿਸ ਉਸ ਦੀ ਬਾਡੀ ਦੇ ਉਸਦੇ ਆਰਗਨਸ ਨੂੰ ਨਹੀਂ ਠੀਕ ਜਾ ਸਕਦੇ ਨੇ, ਜਿਸ ਦਾ ਨਰਵਸ ਸਿਸਟਮ ਗੜਬੜ ਹੋ ਜਾਂਦਾ ਹੈ,
ਉਹ ਮਨੁੱਖ ਦੀ ਕੁਆਲਿਟੀ ਲਾਈਫ ਨਹੀਂ ਰਹਿੰਦੀ, ਸਾਨੂੰ ਉਹ ਟੁਰਦਾ ਫਿਰਦਾ ਲਾਸ਼ ਨਜ਼ਰ ਆਉਂਦਾ ਹੈ। ਪਰ ਇਸ ਤੋਂ ਅੱਗੇ ਦੀ ਇੱਕ ਹੋਰ ਗੱਲ ਵੀ ਹੈ ਕਿ ਧਾਰਮਿਕ ਦੁਨੀਆ ਵਿੱਚ ਵੀ ਬਹੁਤ ਕੁਝ ਖੋਜ ਕੀਤੀ ਗਈ। ਗੁਰੂ ਨਾਨਕ ਸਾਹਿਬ ਨੇ ਜੋ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਹੀਂ, ਕਬੀਰ ਜੀ ਦੀ, ਨਾਮਦੇਵ ਜੀ ਦੀ, ਰਵਿਦਾਸ ਜੀ ਦੀ ਅਤੇ ਹੋਰਾਂ ਦੀ ਸਭ ਦੀ ਬਾਣੀ ਰਲਾ ਕੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਪੇਸ਼ ਕੀਤੀ, ਉਸ ਦਾ ਧੂਰਾ ਰੱਖਿਆ ਗਿਆ ਇੱਕ ਰੱਬ, ਮਨੁੱਖਤਾ ਦੇ ਭਲੇ ਲਈ ਸਾਂਝੀਵਾਲਤਾ ਦੇ ਉਪਦੇਸ਼। ਲੇਕਿਨ ਜਿਸ ਤਰ੍ਹਾਂ ਬ੍ਰੇਨ ਸਭ ਦੇ ਕੋਲ ਹੈ ਔਰ ਯੂਜ਼ ਕਰਨਾ ਨਹੀਂ ਆਉਂਦਾ, ਇਸ ਤਰ੍ਹਾਂ ਹੀ ਸਭ ਦੇ ਕੋਲ ਮਨ ਵੀ ਹੈ। ਬ੍ਰੇਨ ਬਾਡੀ ਦਾ ਇੱਕ ਆਰਗਨ ਹੈ, ਮਨ ਆਰਗਨ ਨਹੀਂ ਹੈ। ਇਸ ਕਰਕੇ ਮਨ ਰੱਬ ਜੀ ਨੇ ਨਹੀਂ ਬਣਾਇਆ। ਮਨ ਇੱਕ ਵਿਸ਼ਾ ਹੈ। ਇਹ ਜੋ ਸੈਮੀਨਾਰ ਤਿਆਰ ਕੀਤਾ ਗਿਆ ਹੈ, ਇਸ ਵਿੱਚ 90% ਤੋਂ ਜ਼ਿਆਦਾ ਮੈਟਰ ਮੇਰੀ ਮਦਰ ਜੋ ਅੱਜ ਕੱਲ੍ਹ ਬੈੱਡ ਰਿਡਨ ਹਨ ਨਿਊਯਾਰਕ, ਉਹਨਾਂ ਨਾਲ ਬੈਠ ਕੇ ਮੈਂ ਬਣਾਉਣ ਦਾ ਯਤਨ ਕੀਤਾ। ਉਹ ਹੁਣ ਵੀ ਕਾਫੀ ਬਿਮਾਰ ਹਨ, ਪਰ ਉਹਨਾਂ ਨੇ ਮੈਨੂੰ ਅੱਜ ਸਵੇਰੇ ਕਾਲ ਕਰਕੇ ਕਿਹਾ ਕਿ ਇਹ ਗੱਲ ਸਾਂਝ ਕਰਨੀ ਹੈ ਕਿ ਮਨ ਮਾਰਨ ਦਾ ਮਤਲਬ ਮਨ ਦਾ ਅੰਤ ਕਰ ਦੇਣਾ। ਇਸ ਦੇ ਬਦਲੇ ਵਿੱਚ ਮਨ ਨੂੰ ਕਾਬੂ ਕਰਨਾ ਹੈ। ਮੈਂ ਕਿਹਾ ਬੀਜੀ ਸਮਝ ਆ ਗਿਆ। She said you have to note down. So she dictated and I noted it ਕਿ ਜੇ ਮਨ ਨੂੰ ਮਾਰਨ ਦਾ ਮਤਲਬ ਅੰਤ ਕਰ ਦੇਣਾ ਹੈ, ਇਸ ਨਾਲੋਂ ਚੰਗਾ ਹੈ ਮਨ ਨੂੰ ਜਿੱਤ ਲਿਆ ਜਾਏ, ਮਨ ਨੂੰ ਕਾਬੂ ਕਰ ਲਿਆ ਜਾਏ। ਹਾਊ ਟੂ ਕੌਂਕਰ ਯੂਅਰ ਮਨ। ਇਹ ਲਫ਼ਜ਼ ਵੀ ਮੈਂ ਬਾਰ-ਬਾਰ ਐਕਸਪਲੇਨ ਨਹੀਂ ਕਰਾਂਗਾ ਕਿ ਮਨ ਅਤੇ ਮਾਈਂਡ ਵਿੱਚ ਫਰਕ ਹੈ। ਜਿਤਨੀਆਂ ਵੀ ਤੁਸੀਂ ਇੰਗਲਿਸ਼ ਦੀਆਂ ਟਰਾਂਸਲੇਸ਼ਨਸ ਪੜ੍ਹਦੇ ਹੋ, ਸਭ ਜਗ੍ਹਾ ਮਨ ਦੇ ਅਰਥ ਮਾਈਂਡ ਕੀਤੇ ਜਾਂਦੇ ਨੇ। ਅਸੀਂ ਜਦੋਂ ਦਾ ਸ਼ਬਦਾਂ ਦੇ ਅਰਥ ਸੰਗਤਾਂ ਨਾਲ ਸਾਂਝ ਕਰ ਰਹੇ ਹਾਂ, ਜੀਵਨ ਜਾਚ ਦਾ ਖਜ਼ਾਨਾ ਵੋਲੀਅਮ 1, ਵੋਲੀਅਮ 2, 4 ਲਾਵਾਂ ਬੇਸਡ ਪੁਸਤਕ ਦਿਲ ਨੂੰ ਦਿਲਾਂ ਦੀ ਰਾਹ ਅਤੇ ਹੋਰ ਅਨੇਕਾਂ ਪੁਸਤਕਾਂ ਰਾਹੀਂ ਅਸੀਂ ਇਹ ਬੇਨਤੀ ਕਰ ਰਹੇ ਹਾਂ ਕਿ ਇੰਗਲਿਸ਼ ਜਗਤ ਵਿੱਚ ਉਹਨਾਂ ਕੋਲ ਜਿਹੜੀ ਵੀ ਡਿਕਸ਼ਨਰੀ ਹੈ, ਉਹਨਾਂ ਨੇ ਭਾਰਤ 'ਚੋਂ ਇੰਗਲਿਸ਼ ਵਰਡ ਬਣਾ ਕੇ ਲੈ ਲਿਆ। ਯੋਗ ਨੂੰ ਯੋਗਾ ਕਹਿ ਕੇ, ਧਰਮ ਨੂੰ ਧਰਮਾ ਕਹਿ ਕੇ, ਗੁਰੂ ਲਫ਼ਜ਼ ਵੀ ਉਹਨਾਂ ਨੇ ਐਜ਼ ਇਟ ਇਜ਼ ਲੈ ਲਿਆ। ਲੇਕਿਨ ਉਹਨਾਂ ਨੇ ਮਨ ਨੂੰ ਟਰਾਂਸਲੇਟ ਕਰ ਲਿਆ ਆਪਣੀ ਜਗ੍ਹਾ ਮਾਈਂਡ। ਸੋ ਮਾਈਂਡ ਵਰਕਸ ਸਬਜੈਕਟ ਟੂ ਮਨ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਲੱਖਣਤਾ ਸਾਰੀ ਦੁਨੀਆ ਸਾਹਮਣੇ ਇੱਕ ਨਵੀਂ ਖੋਜ ਆਈ। ਗੁਰੂ ਸਾਹਿਬ ਨੇ ਲੋਕਾਂ ਦੀ ਸਾਈਕੀ ਨੂੰ ਖੋਜਿਆ ਔਰ ਮਨ ਉੱਤੇ ਫੋਕਸ ਕੀਤਾ ਕਿ ਜੈਸਾ ਮਨ ਸੋਚਦਾ ਹੈ ਵੈਸਾ ਮਾਈਂਡ ਕੰਮ ਕਰਦਾ ਹੈ। ਮਾਈਂਡ ਮਨ ਦੀ ਟਰਾਂਸਲੇਸ਼ਨ ਐਜ਼ ਪਰ ਗੁਰਬਾਣੀ ਠੀਕ ਨਹੀਂ ਹੈ। ਮਾਈਂਡ ਇਜ਼ ਮਤ। ਲੇਕਿਨ ਅਸੀਂ ਪੜ੍ਹਦੇ ਹਾਂ ਮਨ ਕੀ ਮਤ। ਇਹਦਾ ਮਤਲਬ ਮਨ ਕੁਛ ਹੋਰ ਹੈ, ਮਤ ਕੁਛ ਹੋਰ ਹੈ। ਫਰਜ਼ ਕਰੋ शाम की कमीज़, सो शाम कोई होर है और शाम की कमीज़ इज़ समथिंग एल्स। दोनों च फर्क है। सो शाम मीन्स मन अते मन की मत मीन्स शाम की कमीज़ रिस्पैक्टिवली। ਇਹਦਾ ਮਤਲਬ ਮਨ ਦੀ ਜਦੋਂ ਅਸੀਂ ਇੰਗਲਿਸ਼ ਵਿੱਚ
ਰੋਮਨਾਈਜ਼ ਲਫ਼ਜ਼ਾਂ 'ਚ ਜੀ ਟਰਾਂਸਲੇਸ਼ਨ ਕਰਦੇ ਹਾਂ ਤਾਂ ਮੋਸਟਲੀ ਲਿਖ ਦਿੱਤਾ ਜਾਂਦਾ ਹੈ ਮਨ, MAN। ਉਹਨੂੰ ਪੜ੍ਹਨ ਵਾਲਾ ਮੈਨ ਪੜ੍ਹਦਾ ਹੈ। ਇਸ ਕਰਕੇ ਅਸੀਂ ਇੱਕ ਨਿਮਾਣਾ ਜਿਹਾ ਯਤਨ ਕੀਤਾ, ਅਸੀਂ ਮਨ ਦੀ ਸਪੈਲਿੰਗ ਬਣਾਈ MUNN, ਸਟ੍ਰੈਸ ਕਰਕੇ ਮਨ, MUNN, ਮਨ। ਸੋ ਬਾਰ-ਬਾਰ ਅਸੀਂ ਜਦੋਂ ਮਨ ਕਵਾਂਗੇ ਉਹਦਾ ਮੈਨਾ ਮਾਈਂਡ ਨਹੀਂ ਹੈ। ਕਿਉਂ? ਕਿਉਂਕਿ ਗੁਰਬਾਣੀ ਦਾ ਪ੍ਰਿੰਸੀਪਲ ਸਾਰੀ ਦੁਨੀਆ ਦੇ ਸਾਹਮਣੇ ਹੈ, ਇਹ ਮਨ ਜੈਸਾ ਸੇਵੇਂ ਤੈਸੋ ਹੋਏ, तेह कर्म कमाए। मेरे सारे जितने अंग ने ये सारे उस तरह काम करनगे जिस तरह ब्रेन चों ऑर्डर होएगा, लेकिन ब्रेन नू ऑर्डर करने वाला एक बॉस है, हर किसी दा अपना मन। ए डिफरेंस असी जे समझ जाइए तो असी ब्रेन उत्ते काम करन दी बजाए ब्रेन नू, माइंड नू बहुत सियाणा, फुल ऑफ नॉलेज बनाने दे बदले असी मन नू फिक्सअप करन उत्ते काम शुरू करांगे। इस करके मेरे मानयोग बीजी ने मैनू यह पहला सेंटेंस लिखाया, मन मारन दा मतलब अंत कर देना, असी इसका अंत नहीं करना। मन नू सीधा जोगियां दी बोली विच शून्य भी नहीं करना, मन शून्य कदे नहीं हुंदा। मन मारना इक्वल्स टू मन जितना। मन नू जितण वास्ते एक हथियार चाहिए। एवरीबडी नीड्स दिस वैपन मन नू जितण वास्ते। जो मन नू जित लैंदा है वो सूरमा होंदा है और उहदे कोल ज्ञान दी खड़ग होंदी है, ज्ञान दी किरपान होंदी है। और जो सूरमा अपने मन नू काबू कर सकता है, उहदे कोल जिहड़ी ज्ञान दे कारण खड़ग आंदी है, उसनू विवेक बुद्धि कहते हैं। विवेक, डिवाइन कॉमन इंटलैक्ट। बाणी कहते हैं मन मरै धात मर जाए, बिन मन मुए कैसे हर पाए। सो मन मुए का मतलब उसका अंत करना नहीं है, मन मुए का मतलब है मन नू काबू करना है। सो असी हुण क्लीयर इत्थे तक समझ गए कि दिमाग, ब्रेन साडे बॉडी का आर्गन है और मन चेतन शक्ति है जो सानू अवेयर रखती है। विवेक बुद्धि नाल मन का दिमाग नाल गहरा संबंध है। सन का अधिक नारिद मुन सेखा, तिन भी तन में मन नहीं पेखा। ਜਦੋਂ तक असी अपने मन उत्ते काम ना करिए और बॉडी उत्ते काम करते रहिए, साडी बॉडी निरोग ते है, बॉडी फिट है, पर कदे कदे शराब पी लईए, कदे कदे किसी का विगाड़ कर दईए, कदे किसी नूं वेख के उहदे नाल नफरत कर लईए, तो ये सोहनी बॉडी का, ये फिट बॉडी का, ये निरोग बॉडी का कुछ फ़ायदा नहीं है, क्योंकि मन बीमार है। मन नू फिक्स नहीं किया, बॉडी फिक्सअप हो गई। इस करके गुरु पातशाह कहते हैं, सन का अधिक नारिद गुण सेखा, तिन भी तन में मन नहीं पेखा। तन दे अंदर मन देखना जे आ जाए तो साडा जीवन बदल जाता है। सो मन दा ब्रेन दे नाल जो गहरा संबंध है, उस वास्ते असी अपने आप को समझांगे। और बाणी दे ये जिहड़े फुरमान मनु अज बीजी ने ताज़े ताज़े लिखा है, काम क्रोध लोभ मोह जीतो, ऐसी खेल हर प्यारी। मेरे अंदर वसदे रब जी नूं खेड प्यारी लगती है, और जे मेरे मन नूं खेड प्यारी लगे तो मेरा मन काम क्रोध लोभ अहंकार नूं काबू कर सकता है। ये मन जागे, इस मन की दुविधा मरे। मन ही है जो ड्युअलिटी विच रखता है, दुविधा विच रखता है। मन नाल झगड़ा, मन नाल लुझना, जासी जन्म गवाए। जो मनुख अपने मन दे नाल, भाव मन दे नाल गल्लां करके मन दे पीछे लग जाता है, वो अपना जन्म जाया कर लेंदा है। मन नूं मूर्ख कहते ने, किसी इंसान नूं मूर्ख नहीं कहते ने। असी गलती दे नाल, भुलेखे दे नाल
ਆਪਣੀ ਹਉਮੈ ਕਰਕੇ ਕਿਸੇ ਇਨਸਾਨ ਨੂੰ ਕਹਿ ਦਿੰਦੇ ਆ ਉਹ ਇਹ ਤੇ ਮੂਰਖ ਹੈ ਜੀ, ਬਾਣੀ 'ਚ ਆਇਆ ਮੂਰਖ ਹੈ ਨਾਲਾਂ ਲੁੱਜੀ ਹੈ। ਪਰ ਬਾਣੀ ਵਿੱਚ ਕਿਸੇ ਮਨੁੱਖ ਨੂੰ ਮੂਰਖ ਨਹੀਂ ਕਿਹਾ ਗਿਆ, ਕਿਉਂਕਿ ਬਾਣੀ ਦਾ ਇੱਕ ਲਾਅ ਹੈ, ਨਾ ਕੋ ਮੂਰਖ ਨਾ ਕੋ ਸਿਆਣਾ। ਕੋਈ ਮੂਰਖ ਨਹੀਂ ਹੁੰਦਾ। ਬੁਰਾ ਭਲਾ ਕੋ ਕਿਸ ਨੂੰ ਕਹੀ ਹੈ, ਸਗਲੇ ਜੀ ਤੁਮਾਰੇ ਸਾਰੇ। ਵੀ ਆਲ ਆਰ ਚਿਲਡਰਨ ਆਫ ਗॉड, ਵੀ ਆਲ ਆਰ ਹਿਊਮਨ ਬੀਇੰਗਸ ਕ੍ਰੀਏਟਿਡ ਬਾਈ ਗॉड। ਕੋਈ ਮੂਰਖ ਨਹੀਂ ਹੁੰਦਾ। ਮੇਰਾ ਮਨ ਮੂਰਖ ਹੈ, ਇਸ ਕਰਕੇ ਕਹਿੰਦੇ ਨੇ ਇਸ ਮੂਰਖ ਮਨ ਨਾਲ, ਮੂਰਖ ਹੈ ਨਾਲ ਨਾ ਲੁੱਜੀ ਹੈ। ਮੀਨਸ ਇਹਦੀਆਂ ਗੱਲਾਂ ਬਾਤਾਂ ਕਰਕੇ ਇਹਦੇ ਪਿੱਛੇ ਟੁਰ ਨਾ ਪਿਆ ਕਰ, ਇਹ ਤੈਨੂੰ ਉਜਾੜ ਵੱਲ ਲੈ ਜਾਏਗਾ। ਇਹ ਤੇਰਾ ਨਾਇਕ ਨਹੀਂ ਹੈ, ਤੇਰੀ ਬੋਡੀ ਦਾ ਖਲ ਨਾਇਕ ਹੈ, ਆਪਣੇ ਆਪ ਨੂੰ ਨਾਇਕ ਸਮਝਦਾ ਹੈ। ਯੂ ਡੋਂਟ ਹੈਵ ਟੂ ਫੋਲੋ ਖਲ ਨਾਇਕ। ਵਿਲਨ ਹੈ ਮਨ, ਮਨ ਦੀ ਨਹੀਂ ਸੁਣਨੀ। ਅੱਜ ਦੇ ਸਲਾਈਡਸ ਵਿੱਚ ਆਏਗਾ ਬਾਰ-ਬਾਰ ਇਹ ਪੁਆਇੰਟ। ਮੇਰਾ ਮਨ ਇਹ ਕੰਮ ਕਰਨ ਨੂੰ ਨਹੀਂ ਕਰਦਾ, ਮੇਰਾ ਮਨ ਕਹਿੰਦਾ ਉਹ ਕਰੋ, ਮੇਰਾ ਮਨ ਕਹਿੰਦਾ ਡਾਂਸ ਕਰੋ, ਮੇਰਾ ਮਨ ਕਹਿੰਦਾ ਸ਼ਰਾਬ ਪੀ ਲਓ, ਮੇਰਾ ਮਨ। ਔਰ ਜਿਹੜਾ ਇਹਦੇ ਨਾਲ ਲੁੱਝਦਾ ਭਾਵ ਇਹਨੂੰ ਫੋਲੋ ਕਰਨ ਲੱਗ ਪੈਂਦਾ ਹੈ, ਉਹਦਾ ਜੀਵਨ ਮੂਰਖਾਂ ਵਾਲਾ ਬਣ ਜਾਂਦਾ ਹੈ। ਇਹ ਮਨ ਰਾਜਾ ਸੂਰ ਸੰਗਰਾਮ, ਇਹ ਮਨ ਨੂੰ ਹੀ ਸਿੱਖਣਾ ਹੈ। ਸੋ ਅਸੀਂ ਆਪਣੇ ਟੌਪਿਕ ਵਿੱਚ ਅੱਗੇ ਟੁਰਾਂਗੇ। ਅੱਜ ਸਾਰੀ ਦੁਨੀਆ ਵਿੱਚ ਪਤਾ ਹੈ ਕਿ ਅੱਜ ਦੇ ਦਿਨ ਇੰਡੀਆ ਦਾ ਆਜ਼ਾਦੀ ਦਾ ਦਿਨ ਹੈ। ਪਰ ਜਦੋਂ ਅਸੀਂ ਮਨ ਨੂੰ ਫੋਲੋ ਕਰਦੇ ਹਾਂ ਤੇ ਅਸੀਂ ਆਜ਼ਾਦ ਨਹੀਂ ਹੁੰਦੇ, ਅਸੀਂ ਬੰਧਨਾਂ ਵਿੱਚ ਹੁੰਦੇ ਹਾਂ। ਅਸੀਂ ਆਤਮਿਕ ਤੌਰ ਤੇ ਆਪਣੀ ਆਜ਼ਾਦੀ ਕਿਸ ਤਰ੍ਹਾਂ ਮਾਣੀਏ। ਆਜ਼ਾਦ ਦੇਸ਼ ਵਿੱਚ ਬੈਠੇ ਹਾਂ, ਅਮਰੀਕਾ ਵੀ ਆਜ਼ਾਦ ਹੈ, ਇੰਡੀਆ ਵੀ ਆਜ਼ਾਦ ਹੈ, ਇੰਗਲੈਂਡ ਜਿਨ੍ਹਾਂ ਨੇ ਦੁਨੀਆ ਤੇ ਰਾਜ ਕੀਤਾ ਉਹ ਵੀ ਆਜ਼ਾਦ ਹਨ। ਪਰ ਜਿਸ ਮਰਜ਼ੀ ਜਗ੍ਹਾ ਰਹਿੰਦੇ ਹਾਂ, ਜੇ ਮਨ ਆਜ਼ਾਦ ਨਹੀਂ, ਸੋ ਮਨ ਨੂੰ ਫੋਲੋ ਕਰਨਾ ਬੰਧਨ ਹੈ, ਔਰ ਇਸ ਬੰਧਨ ਤੋਂ ਛੁੱਟਣਾ ਫਰੀडम ਹੈ। ਮੋਸਟਲੀ ਪੇਰੈਂਟਸ ਦੇ ਨਾਲ ਕਾਉਂਸਲਿੰਗ ਵੇਲੇ ਜਦੋਂ ਬੱਚਿਆਂ ਦੀ ਪ੍ਰੋਬਲਮ ਦੀ ਗੱਲ ਆਉਂਦੀ ਹੈ ਤਾਂ ਉਹ ਇਹ ਕਹਿੰਦੇ ਨੇ ਕਿ ਬੱਚੇ ਕਹਿੰਦੇ ਹਨ ਮੈਨੂੰ ਮਾਪਿਓ ਕੋਲੋਂ ਫਰੀडम ਚਾਹੀਦੀ ਹੈ। I don't want that they should interfere। ਇਸ ਕਰਕੇ ਦੁਨੀਆ ਦੇ 93% ਬੱਚੇ ਪਿਤਾ ਕੋਲੋਂ ਫਰੀडम ਮੰਗਦੇ ਨੇ, 97% ਬੱਚੇ ਆਪਣੀ ਮੰਮੀ ਕੋਲੋਂ ਫਰੀडम ਮੰਗਦੇ ਨੇ, ਕਿਉਂਕਿ ਉਹ ਹਰ ਵੇਲੇ ਸਿਰ ਤੇ ਖੜੇ ਰਹਿੰਦੇ ਨੇ। ਇਹ ਮਤ ਕਰੋ, ਸੋ ਜਾओ, जागो, ये खाओ, ये ना करो, ऐसे करो, ऐसे करो, ऐसे क्यों कर रहे हो, अब सो क्यों नहीं रहे, बत्ती बुझाओ, अब जाग क्यों नहीं रहे, जो बनाए इसको खाते क्यों नहीं। ये सारिया गल्लां असीं बहुत बार कर चुके हाँ। ਉਹ ਫਰੀडम ਮੰਗਦੇ ਨੇ ਬੱਚੇ, ਪਰ ਜਦੋਂ ਬੱਚੇ ਮਾਪਿਓ ਕੋਲੋਂ ਫਰੀडम ਲੈ ਲੈਂਦੇ ਨੇ, ਹੋਸਟਲ ਹੀ ਚਲੇ ਜਾਂਦੇ ਨੇ। ਦਿੱਲੀ ਵਾਲਾ ਬੰਬੇ ਚਲਾ ਜਾਂਦਾ, ਬੰਬੇ ਵਾਲਾ ਬੈਂਗਲੌਰ, ਬੈਂਗਲੌਰ ਵਾਲਾ ਲੰਡਨ, ਲੰਡਨ ਵਾਲਾ ਅਮਰੀਕਾ, ਅਮਰੀਕਾ ਨਿਊਯਾਰਕ ਵਾਲਾ ਕੈਲੀਫੋਰਨੀਆ। ਆਜ਼ਾਦੀ ਲੈ ਲੈਂਦੇ ਹਨ, ਪਰ ਆਪਣੇ ਮਨ ਦੇ ਈਵਲਸ ਜਿਹੜੇ ਨੇ, ਮਨ ਦੇ ਖਿਆਲ ਨੇ, ਜਿਨ੍ਹਾਂ ਨੂੰ ਡੀਮਨ ਥਾਟਸ ਕਹਿੰਦੇ ਨੇ, ਉਹਨਾਂ ਦਾ ਉਹਨਾਂ ਨੂੰ ਬੰਧਨ ਪਿਆ ਰਹਿੰਦਾ ਹੈ, ਆਜ਼ਾਦ ਨਹੀਂ ਹੁੰਦੇ ਨੇ। ਸੋ ਗੁਰਬਾਣੀ ਵਿਚਾਰ ਫਰੀडम ਫਰੋਮ ਈਵਲਸ ਸਿਖਾਉਂਦੀ ਹੈ। I am not talking in this context that ਗੁਰਬਾਣੀ is only meant for Sikhs। ਗੁਰਬਾਣੀ ਪੂਰੀ ਦੁਨੀਆ ਵਾਸਤੇ ਹੈ। ਕੋਈ ਵੀ ਇਸ ਨੂੰ ਸਮਝ ਕੇ, ਇਸ ਨੂੰ ਵਰਤ ਕੇ ਆਜ਼ਾਦੀ ਪ੍ਰਾਪਤ ਕਰ ਸਕਦਾ ਹੈ ਮਨ ਦੇ ਈਵਲਸ ਤੋਂ। ਗੁਰਬਾਣੀ ਦੀ ਵਿਚਾਰ ਇਹ ਅਹਿਸਾਸ ਪੈਦਾ ਕਰਦੀ ਹੈ, ਨਾਨਕ ਮਨ ਮੁਖ ਬੰਦ ਹੈ, ਗੁਰਮੁਖ ਮੁਕਤ ਕਰਾਏ। ਨਾਨਕ ਮਨਮੁਖ ਬੰਦ ਹੈ, ਜੋ ਮਨ ਦੇ ਪਿੱਛੇ ਚੱਲਦਾ ਹੈ ਉਹ ਬੰਧਨ ਵਿੱਚ ਰਹਿੰਦਾ ਹੈ, ਔਰ ਗੁਰੂ ਦੇ ਮੁਖ ਤੋਂ ਨਿਕਲੀ ਹੋਈ ਬਾਤ ਦੇ ਨਾਲ ਬੰਧਨ ਤੋਂ ਛੁੱਟ ਸਕਦਾ ਹੈ। ਉਹਨੂੰ ਕਹਿੰਦੇ ਨੇ ਬਲ ਹੁਆ ਬੰਧਨ ਛੁਟੈ, ਸਭ ਕਿਛ ਹੋ ਤੁ ਪਾਏ।
ਗੁਰਬਾਣੀ ਸਲੇਵਰੀ ਆਫ ਈਵਲਸ ਤੋਂ ਛੁਡਾਉਂਦੀ ਹੈ। ਅਸੀਂ ਆਜ਼ਾਦੀ ਦੀ ਗੱਲ ਕਰ ਰਹੇ ਹਾਂ ਔਰ ਅੱਜ ਇੰਡੀਪੈਂਡੈਂਸ ਡੇ ਹੈ, ਔਰ ਕਾਸ਼ ਜੇਕਰ ਅੱਜ ਟੌਪਿਕ ਸਮਝ ਆ ਗਿਆ ਤਾਂ ਅਸੀਂ ਸਾਰੀ ਉਮਰ ਵਾਸਤੇ ਇਟਰਨਲ ਹੋ ਜਾਵਾਂਗੇ ਔਰ ਸਾਰੀ ਉਮਰ ਵਾਸਤੇ ਆਜ਼ਾਦ ਹੋ ਜਾਵਾਂਗੇ ਮਨ ਦੇ ਈਵਲਸ ਤੋਂ। ਗੁਰਬਾਣੀ ਵਿਚਾਰ ਸਾਨੂੰ ਕਰਜ਼ ਫੀਲਿੰਗ ਤੋਂ ਔਰ ਗਿਲਟ ਤੋਂ ਨਿਕਾਲ ਕੇ ਛੁੱਟਣ ਦਾ ਅਹਿਸਾਸ ਉਪਜਾਉਂਦੀ ਹੈ ਕਿ ਜਿਨ੍ਹਾਂ ਗੱਲਾਂ ਤੋਂ ਤੂੰ ਪਛਤਾਵੇ ਕਰਦਾ ਹੈ, ਜਿਹੜਾ ਤੈਨੂੰ ਗਿਲਟ ਤੰਗ ਕਰ ਰਿਹਾ ਹੈ, ਜੋ ਮਿਸਟੇਕਸ ਦੇ ਨਾਲ ਤੂੰ ਦੁਖੀ ਹੈ, ਇਸ ਗਿਲਟ ਦੇ ਪਛਤਾਵੇ ਔਰ ਸੋਹਾਂ ਚੁੱਕਣ ਦੇ ਨਾਲ ਔਰ ਕੁਝ ਵੀ ਕਰਨ ਦੇ ਨਾਲ ਤੂੰ ਨਹੀਂ ਛੁੱਟੇਗਾ। ਅਹਿਸਾਸ ਪੈਦਾ ਕਰਦੀ ਹੈ ਕਿ ਛੁੱਟਣਾ ਕਿਸ ਤਰ੍ਹਾਂ ਹੈ, ਉਹਦੇ ਸੋਲੂਸ਼ਨਸ ਦੱਸਦੀ ਹੈ। ਪਹਿਲਾਂ ਸਿੰਪਟਮਸ ਸਮਝਾਉਂਦੀ ਹੈ ਕਿ ਦੇਖ ਇੱਥੋਂ ਤੂੰ ਭੁੱਲਿਆ ਹੈ। ਬਾਣੀ ਦੀ ਵਿਚਾਰ ਉਹ ਆਚਰਣ ਪੈਦਾ ਕਰਦੀ ਹੈ, ਉਹ ਜਾਚ ਸਿਖਾਉਂਦੀ ਹੈ ਜਿਸ ਨੂੰ ਗਿਆਨ ਕਹਿੰਦੇ ਨੇ। ਗਿਆਨ ਦਾ ਮਤਲਬ ਹੁੰਦਾ ਹੈ ਆਪਣੇ ਅਵਗੁਣਾਂ ਨੂੰ ਸਮਝਣਾ ਅਤੇ ਫਿਰ ਅਵਗੁਣਾਂ ਤੋਂ ਛੁੱਟਣਾ, ਇਹਨੂੰ ਗਿਆਨ ਕਹਿੰਦੇ ਨੇ। ਜਿਸ ਧਰਮ ਦੀ ਨੌਲੇਜ ਨੂੰ ਪੜ੍ਹ ਕੇ ਸਮਝ ਕੇ ਦੁਨੀਆ ਤੱਕ ਪੜ੍ਹਾਉਣ ਵਾਸਤੇ ਅਤੇ ਦੂਸਰਿਆਂ ਨੂੰ ਗੁੱਸਾ ਕਰਨ ਵਾਸਤੇ ਲੇਕਿਨ ਆਪਣੇ ਆਪ ਨੂੰ ਫਿਕਸ ਨਾ ਕਰਨਾ, ਉਹਨੂੰ ਗਿਆਨ ਨਹੀਂ ਕਹਿੰਦੇ ਨੇ, ਉਹਨੂੰ ਕੁ-ਗਿਆਨ ਕਹਿੰਦੇ ਨੇ। ਕੁ-ਗਿਆਨ, ਜਿਸ ਦਾ ਸੁਪੁੱਤਰ ਤੋਂ ਕੁਪੁੱਤਰ, ਉਹਨੂੰ ਕੁ-ਗਿਆਨ ਕਹਿੰਦੇ ਨੇ। ਕੁ-ਗਿਆਨ ਸਾਨੂੰ ਸਲੇਵਰੀ ਤੋਂ, ਮਨ ਦੇ ਈਵਲਸ ਤੋਂ ਛੁਡਾਉਂਦਾ ਨਹੀਂ ਹੈ। ਬਾਣੀ ਦੀ ਵਿਚਾਰ ਗਿਰਾਵਟ ਦੇ ਕਾਰਨਾਂ ਤੋਂ ਸੁਚੇਤ ਕਰਾਉਂਦੀ ਹੈ ਅਤੇ ਬਾਣੀ ਨਾਮ ਹੈ। ਰੱਬੀ ਗੁਣਾ ਵਾਲਾ ਬਣਨਾ ਦੀ ਜੀਵਨ ਜਾਚ ਸਿਖਾਉਂਦੀ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਸਾਨੂੰ ਸਿਖਾਉਂਦੀ ਹੈ। ਤੇ ਜਦੋਂ ਅਸੀਂ ਪੜਾਂਗੇ ਤੂੰ ਤੂੰ ਕਰਤਾ ਤੂੰ ਹੁਆ ਮੁਝ में रहा ना हूँ, जब आपा पर का मिट गया जत देखो तत तू, सब जगह ਜਦੋਂ ਮੈਂ ਰੱਬ ਜੀ ਨੂੰ ਮਹਿਸੂਸ ਕਰਨ ਲੱਗ ਪਾਂਗਾ ਔਰ ਮੈਂ ਆਪਣੇ ਮਨ ਨੂੰ ਭਾਵ ਮਨ ਕੀ ਮਤ ਨੂੰ ਸਰੈਂਡਰ ਕਰਾਂਗਾ, ਉਸ ਵੇਲੇ ਤੂੰ ਤੂੰ ਕਰਤਾ ਤੂੰ ਹੁਆ ਮੁਝ में रहा ना हूँ। ਇਹ ਜਿਹੜਾ ਆਪਣਾ ਹੂੰ ਹੈ ਨਾ, ਮੈਂ ਆਪਣੀ ਮਰਜ਼ੀ ਨਹੀਂ ਛੱਡਣੀ। ਜਿਨ੍ਹਾਂ ਨੇ ਆਪਣੀ ਮਰਜ਼ੀ ਨਹੀਂ ਛੱਡਣੀ ਹੁੰਦੀ ਉਹ ਸੈਂਟੈਂਸ ਪਤਾ ਕੀ ਵਰਤਦੇ ਨੇ, ਉਹ ਜੀ ਸੁਣੋ ਸਭ ਦੀ ਪਰ ਕਰੋ ਮਨ ਦੀ। ਜਿਵੇਂ ਕਿ ਤੇਰਾ ਮਨ ਸਿਆਣਾ ਬੜਾ ਹੈ ਔਰ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰਦੇ ਹਾਂ। ਜਿਹੜਾ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰਦੇ ਹਾਂ ਉਹ ਇਹੀ ਫੀਲਿੰਗ ਹੈ कि जिसनों तू अपना एसेट और कैपिटल समझ रहा है ये तेरे फायदे का नहीं है, ये तेरा नुकसान करेगा, ये तेरा फ्रेंड नहीं है, तेरा एनिमी है। जो ईवल्स तू सोचता है और जो सच के मार्ग पे तू चलना नहीं चाहता है, तूने सच को पीठ दी हुई है, बैक की हुई है। यू आर इग्नोरिंग द सच एंड द मोर यू इग्नोर you will be loser। सो ਅਸੀਂ ਆਪਣੇ ਇਸ ਟੌਪਿਕ ਵਿੱਚ ਅੱਗੇ ਚੱਲਾਂਗੇ ਔਰ ਜੋ ਸ਼ਬਦ ਅਸੀਂ ਪੜ੍ਹੇ ਨੇ, ਅਸੀਂ 5 ਸ਼ਬਦ ਪੜ੍ਹੇ ਨੇ। ਸਿੰਗਿੰਗ ਤੋਂ ਪਹਿਲਾਂ ਕੁਝ ਸੱਜਣ ਨਹੀਂ ਆਏ ਸੀ, ਇਸ ਕਰਕੇ ਮੈਂ ਉਸ ਨੂੰ ਰੀਕੈਪ ਕਰਾਂਗਾ। ਪਹਿਲਾ ਸ਼ਬਦ ਪੜ੍ਹਿਆ ਮਨ ਰੇ ਕਹਾਂ पे होता है बावरा। सेकंड शब्द पढ़िया ओए परदेसिया हाँ, सुनत संदेसिया हाँ रहाओ। थर्ड शब्द पढ़िया माई मेरे मन को सुख। फोर्थ शब्द पढ़िया पौने पानी अग्नि का मेल। एंड फाइनली मर्ज हो गया मन, एलिवेटेड मन, मन वो वाला काबू आ गया, मीन्स मन वो चला ही गया, काबू आ गया, मन ਨੂੰ ਜਿੱਤ ਲਿਆ। ਤਾਂ ਉਸ ਵੇਲੇ ਮਨ ਨੇ ਆਪਣੀ ਮਤ ਛੋੜ ਦਿੱਤੀ, ਤੂੰ ਤੂੰ ਕਰਤਾ ਤੂੰ ਹੁਆ। ਕਬੀਰ ਜੀ ਦਾ ਅਸੀਂ ਸ਼ਲੋਕ ਪੜ੍ਹਿਆ। ਪਹਿਲੇ ਸ਼ਬਦ ਵਿੱਚ ਬੌਰੇ ਮਨ ਨੂੰ ਤਾੜਨਾ ਕੀਤੀ ਹੈ ਅਤੇ ਉਸ ਨੂੰ ਸੁਚੇਤ ਕਰਾਇਆ, ਉਸ ਨੂੰ ਛਮਕਾਂ ਮਾਰੀਆਂ ਕਿ ਦੇਖ ਤੂੰ ਕੀ ਕਰਦਾ। ਮਨ ਰੇ ਕਹਾਂ पे होता है बावरा, ਐਨੀਸ ਔਦ ਘਟੈ ਨਹੀਂ ਜਾਣਨਾ। ਸਾਧ ਸੰਗਤ ਜੀ, ਔਦ ਦਾ ਮਤਲਬ ਉਮਰ ਨਹੀਂ ਹੁੰਦਾ।
या इंज कह लो डिक्शनरी मुताबक उम्र भी होंदा है, लेकिन औद का मतलब दूरी भी होंदा है। ਜਦੋਂ ਰੱਬ ਜੀ ਨਾਲ ਸਾਡੀ ਦੂਰੀ ਵੱਧਦੀ ਹੈ ਤਾਂ ਰੀਅਲ ਸੈਂਸ ਵਿੱਚ ਸਾਡੀ ਔਦ ਘਟਦੀ ਹੈ। ਇਸ ਸਰੀਰ ਦੇ ਬੁਢਾਪੇ ਦੀ ਗੱਲ ਨਹੀਂ ਚੱਲ ਰਹੀ, ਡੇਲੀ ਜਿਹੜੀ ਮੇਰੇ ਡੇਟ ਆਫ ਬਰਥ ਤੋਂ ਬਾਅਦ ਉਮਰ ਘਟ ਰਹੀ ਹੈ ਉਹਦੀ ਗੱਲ ਨਹੀਂ ਚੱਲ ਰਹੀ। ਅਹਿਨਿਸ ਦਿਨ ਰਾਤ ਤੇਰੀ ਰੱਬ ਨਾਲ ਦੂਰੀ ਵੱਧਦੀ ਜਾ ਰਹੀ ਹੈ, ਇਹਨੂੰ ਔਦ ਘਟਣਾ ਕਹਿੰਦੇ। ਐਨੀਸ ਔਦ ਘਟਾ ਨਹੀਂ ਜਾਣੇ ਭਇਓ ਲੋਭ ਸੰਗ ਹੋ ਰਹਾ, ਯੂ ਆਰ ਸੋ ਗ੍ਰੀਡੀ, ਇਹਨਾਂ ਲੋਭੀ ਹੈ ਤੂੰ। ਇਹ ਉਸ ਨੂੰ ਛਮਕਾਂ ਮਾਰੀਆਂ, ਤਾੜਨਾ ਕੀਤੀ ਹੈ। ਇਹ ਸ਼ਬਦ ਦਾ ਰਹਾ हुआ है। जो तन तय अपनों कर मान्यो और सुंदर ग्रह नारी, सुंदर ग्रह नारी का मतलब वाइफ नहीं होता, सुंदर ग्रह नारी होता है इस शरीर रूपी घर की नार, पत्नी, मत। जे तेनू समझ नहीं है ना तो ये मत ठीक नहीं है और तू इसनू अपनी समझ रहा है। ईवल थॉट्स वाली मत, मन की मत। जो तन तय अपनों कर मानो, मन दा अपना एक तन है। फर्ज करो मेरे इस हाथ में बहुत ताकत है, ये हाथ जिस पर लग जाए वो उठता नहीं। किया डायलॉग, उठ जाता है। वो जिहड़ी ताकत है ना डोले होण, और फिजिकली ये हाथ जिहड़ा मारना है ना और किसी का बिगाड़ करना है ना, इस दे बदले यही हाथ इतनी ताकत वाला 10 बंदियां दा बोझ चुक सके, 50 बंदियां दे घर सवारन दा काम कर सके, यही ताकत। लेकिन वो जिहड़ा मन उहदे पिछे होंदा है वो दुर्लभ दे होंदी है, वो कमाई होंदी है। मन दा तन, जो तन तय अपनों कर मानो, जो नैगेटिव्स दा पावर्स नू यूज़ करके तू नैगेटिव पावर्स यूज़ करके अपने आप नू सक्सैसफुल समझदा है ना, यह तेरा नहीं है। जो तन तय अपनों कर मानो और सुंदर गहनारी, इनमें कछ तेरो रे नाहन। देखो सोच विचारी, सारी उम्र क्रोध करके नौकरां कोलों काम करवा के, पति पत्नी ਨੂੰ डोमीनेट करके, बच्चियां ਨੂੰ अपनी मनमानी करा ले, कुशल नहीं हो सकता। यू कांट गेट द पीस। कोई मन। सो पहले शब्द ही जो तन तय अपनों कर मानो और सुंदर गनारी, इनमें कछ तेरो रे नाहन। देखो सोच विचारी, रतन जन्म अपनों तय हारियो, गोबिंद गत नहीं जानी। तेनू मन की स्टेबिलिटी समझ नहीं आती। वैल्यूएबल रब्बी गुणा दे नाल तू स्टेबिलिटी बना सकता है, रतन जवाहर माणिक की मत दे नाल। गोबिंद गत, मन की धरती की गत तेनू नहीं समझ आई। हाउ टू बी स्टेबल, हाउ टू बी बैलेंस्ड। इम्बैलेंस हो जाता है निक्की निक्की गल ते। निमक न लीन पयो चरणन स्यों, बिरथा औद सिरानी। तेरी जिंदगी जाया जा रही है, तू एक पल भी कदे रुक के अपने मन बारे सोचे ही नहीं कि मन तू जो स्वरूप है अपना मूल पछाण। कहो नानक सोई नर सुखिया, राम नाम गुण गावे। राम नाम गुण गावे का मतलब की है, गॉडली क्वालिटीज़ नू अटेन करना। वो मन सुखी हो जाता है। नर का मतलब मन। को नानक सोई नर सुखिया, राम नाम गुण गावे और सगल जग माया मोया। निर्भय पद नहीं पावे। निर्भय भय होंदा डर, निर्भय होंदा विदाउट फियर, बिना डर के निरभौ हो जाना। निरभौ जपै सगल भौ मिटै हो जाना, फियरलैस हो जाना। वो वाली तेनू अवस्था नहीं मिलेगी। सो असी आप डिसाइड करना है कि मेरा मन कहता है कि मेरी पत्नी मेरे मुताबिक चला करे, मेरा मन कहता है कि मेरा पति मेरे मुताबिक चला करे, मेरे सास सहुरा मेरे मुताबिक चला करे, मेरे एम्प्लॉयज़ मेरे मुताबिक, मेरे बच्चे मेरे मुताबिक चला करें। जदों मेरा मन है कहता है ना, तब मेरा मन ना ईवल पावर्स यूज़ करता है। क्रोध से बोलो, गुस्से से बोलो, लाउडर बोलो, और ना माने तो 10 गालियाँ निकालो, और ना माने तो डंडा उठा लो,
और ना माने तो मार के घर से निकाल दो, और ना माने तो रोटी मत दो। अगर ये सब कुछ भी ना माने ना तो घर से रूठ के निकल जाओ, जाओ मैं नहीं घर आता, मैं मर जाऊंगा। ऑल इवल्स, सारे इवल्स दी पावर यूज तो कर ले। यस यू कैन, चॉइस इज योर्स। पावर यूज कर ली, सारे डर गए, सारे सहम गए, सारे भीगी बिल्ली बन गए। अब जिधर देखते हैं लोग थर थर कांपते हैं और हम अकड़ के चलते हैं, पर अंदर सुख, चैन, खेड़ा, विकास, हैप्पीनेस, एक्सटेसी, वननेस विद गॉड, आनंद नहीं आएगा। मैं एक अमेरिकन मूवी देखी सी, ਉਹਦੇ 'ਚ उन्होंने दसिया कि दुनिया के लोग अपनी पावर यूज़ करते हैं और इसको जीवन समझते हैं। फाइनली उन्होंने दसिया कि उन्होंने जीवन बीत जाता है और वो पावर्स नैगेटिव्स यूज़ कर करके जीवन ख्वार कर लेंदे ने। बिरतावत सिरानी, पर डर नहीं जाता। साडा क्वेश्चन उठना चाहिए, डर आंदा कित्थों है, डर आया कित्थों? डरिए ता जब डर होवे होर, डर डर डरना मन का शोर। अब ये तो मन का शोर है, अच्छा फिर मन कौन है? सवाल पैदा होता है, ये डर कहाँ से आया और ये मन कहाँ से आया? जे है खेड़ा समझ आ जान। हम पिछले जन्म के कर्मों की बात नहीं करेंगे, हम पिछले जन्म के भागों के मस्तक भाग और फेट और किस्मत और ज़ोडिएक साइंस और चंद तारे इस सारियां दी गल्लां नहीं करांगे। सानू मन जीते जगजीत दी अवस्था प्राप्त हो सकती है, असी निरभव फीयरलैस बन सकते हाँ, सुखी हो सकते हाँ। इस वास्ते असी अज पहला शब्द पढ़िया, मन रे कहाँ पे होता है बोरा, मन नू ताड़ना की और सुचेत किया और नैगेटिव्स के अगेंस्ट उन्होंने अवेयर कराया। दूसरा शब्द ओए परदेसिया हाँ विच मन नू साल्वेशन समझ आई कि मैं घर तो बाहर रहिंदा मन करके। घर नहीं रहिंदा। तुसी वो गल सुनी हुई है, पति रात को सो रहा है और सपने में बोल रहा है सुनीता सुनीता सुनीता, हाय सुनीता। पत्नी कहती हाय की पे बोल दो, सो जाओ ना। चुप। सुबह पत्नी उठी, रात को पता है सपने में क्या बोल रहे थे? सो रहा अपनी पत्नी के साथ अपने घर में, और पत्नी पूछती है रात को मालूम है सपने में क्या बोल रहे थे? सुनीता सुनीता सुनीता। पता है कि कहता है, कौन कम वक्त सो रहा था। असी होंदे किथे आ पर मन करके किथे होर होंदे आ। परदेसी मन दे नाल की वापरदा है उस शब्द ही उन्होंने समझाया और समझा के उसकी सैल्वेशन कराई। ओए परदेसिया हाँ, जदों परदेसी था तां सुनिया सुनन तो बाद विजडम सुनन तो बाद सुनत संदेशिया हाँ, संदेशा सुनन तो बाद की बनया। सासंग जी शब्द की वोकैबलरी इतनी ग्रेट है बट आई ओवर हर्ड इट। पता नहीं कितनी बारी शायद गुरु ग्रंथ साहब पढ़िया होएगा पर मैनू ऐसा लगा है शब्द मैं फर्स्ट टाइम सुनिया। और मेरे बीजी मेरे भरा दे बेटे अपने पोतरे नू साहिब सिंह नू यह शब्द फोन ते सुना रहे सी। मैं क्या बीजी मैनू भी सुनाओ, बड़ा प्यारा शब्द है। आसावरी राग विच शी रेड दिस शब्द अगेन एंड आई थॉट मेरे मन टॉपिक नाल बड़ा जुड़ता है। आई मेड द ट्यून एंड आई ट्राइड टू अंडरस्टैंड द शब्द। मैनू सारा शब्द समझ आया कि नहीं, मैं क्लेम नहीं कर सकता पर जितना समझ आया कि उस विच उसनू साल्वेशन सिखाई है परदेसी मन नू। और इस तो बाद
ਸੁਖੀ ਹੋ ਗਏ ਮਨ ਦੀ ਅਵਸਥਾ, ਮਾਈ ਮੇਰੇ ਮਨ ਕੋ ਸੁਖ। ਉਸ ਤੋਂ ਬਾਅਦ ਨੈਗੇਟਿਵ ਮਨ ਕਿਸ ਤਰ੍ਹਾਂ ਪੈਦਾ ਹੁੰਦਾ ਹੈ, ਪੌਣੇ ਪਾਣੀ ਅਗਨੀ ਕਾ ਮੇਲ, ਔਰ ਫਿਰ ਕਿਸ ਤਰ੍ਹਾਂ ਪੋਜ਼ਿਟਿਵ ਹੋ ਜਾਂਦਾ ਹੈ ਸਤਿਗੁਰ ਦੀ ਮੱਤ ਲੈ ਕੇ, ਔਰ ਕਿਸ ਤਰ੍ਹਾਂ ਮਰਜ ਹੋ ਜਾਂਦਾ ਤੂੰ ਤੂੰ ਕਰਤਾ ਤੂੰ ਹੁਆ। ਇਹ ਸਟ੍ਰੈਟਜੀ ਸਾਡੇ ਅੱਜ ਸ਼ਬਦਾਂ ਦੀ ਸਿੰਗਿੰਗ ਦੀ ਸੀ, ਔਰ ਅਸੀਂ ਆਪਣੇ ਸਲਾਈਡਸ 'ਚੋਂ ਇਹਨਾਂ ਸ਼ਬਦਾਂ ਨੂੰ ਨਾਲ ਲੈ ਕੇ ਚੱਲਾਂਗੇ। ਪਹਿਲਾ ਸ਼ਬਦ ਮੈਂ ਆਪ ਜੀ ਨਾਲ ਸਾਂਝ ਕਰ ਲਿਆ। ਦੂਸਰਾ ਸ਼ਬਦ ਜਿਹੜਾ ਅਸੀਂ ਪੜ੍ਹਿਆ ਉਹ ਹੈ ਪਰਦੇਸੀਆ ਹਾਂ। ਇਸ ਸ਼ਬਦ ਵਿੱਚ ਆਸਾਵਰੀ ਮਹਿਲਾ ਪੰਜਵਾਂ ਇੱਕ ਤੁਕਾ ਹੈ, ਇੱਕ ਤੁਕ ਦਾ ਸ਼ਬਦ ਹੈ, ਔਰ ਇਸ ਸ਼ਬਦ ਦੇ ਵਿੱਚ ਓਏ ਪਰਦੇਸੀਆ ਹਾਂ ਸੁਨਤ ਸੰਦੇਸਿਆ ਹਾਂ ਸ਼ਬਦ ਦਾ ਰਹਾਉ ਹੈ। ਸਾਡਾ ਮਨ ਜਦੋਂ ਆਪਣੇ ਘਰ ਵਿੱਚ ਨਹੀਂ ਰਹਿੰਦਾ ਤੇ ਪਰਦੇਸੀ ਹੋ ਜਾਂਦਾ ਹੈ। ਇਸ ਨੂੰ ਆਵਾਜ਼ ਮਾਰਨੀ ਪੈਂਦੀ ਹੈ, ਮਨ ਪਰਦੇਸੀ ਵੇ ਪਿਆਰੇ ਆਓ ਕਰੇ, ਘਰ ਵਾਪਸ ਆ ਜਾ। ਜਿੱਥੇ ਤੂੰ ਸਰੀਰ ਕਰਕੇ ਮੌਜੂਦ ਹੈ ਉੱਥੇ आ जा। जे असी सीख लिए, अगर हम ये सीख लें धर्म से कि जहाँ पर मेरा तन है अगर वहाँ पर मैं मन करके मौजूद हो जाऊँ, इसको बोलते हैं प्रेजेंट में रहना, इसको बोलते हैं नाव में रहना, NOW। और जब हम प्रेजेंट में आ जाते हैं तो हमको देखने की जो क्षमता बढ़ जाती है, कैपेसिटी बढ़ जाती है, हम हकीकत की नज़र से सब कुछ देख सकते हैं। सो स्पिरिचुअलिटी के बेनिफिट्स में ये सबसे बड़ी आर्ट है कि इंसान सीख जाता है हाउ टू बी इन द प्रेजेंट। और जो अपने मन करके तन के अंदर प्रेजेंट हो जाता है उसकी बॉडी मीन्स उसके ख्याल सुंदर बनने शुरू हो जाते हैं। वन इज़ एबल टू हैव द इनर ब्यूटी। क्यों? क्योंकि मन तो जो स्वरूप है अपना मूल पछाण, मन हर जी तेरे नाल है, गुरमती रंग मान। जैसे ही हम अपनी बॉडी के अंदर प्रेजेंट होते हैं तो अपने कारी में अमृत भरपूर है समझ आ जाता है, अंदर बैठे गॉड जी समझ में आ जाते हैं। वरना हम गॉड बाहर ढूंढते रहते हैं, तीर्थों पे जाते रहते हैं, वहाँ पर नहाते रहते हैं, कहीं और धार्मिक स्थान पर जाकर कुछ चढ़ाते रहते हैं, अंदर के भगवान को ढूंढते नहीं हैं। और तो और कबीर जी बोलते हैं घर में ठाकुर नदर ना आवे, तेरे अंदर भगवान रहता है वो नज़र नहीं आता। गल में पाहन ले लटकावे, गले में क्या लटकाया हुआ है। सो हम पेंडेंट पहन लेते हैं किसी की भी शक्ल का और समझते हैं मैंने भगवान को गले में टांगा हुआ है, लेकिन अंदर नहीं समझ आता है। सो इस परदेसी मन के बारे में आगे जांस्यों रच रहे हाँ सुनेहा समझ आण तो बाद सुनत संदेसरा हाँ संदेसिया हाँ समझ पै गई मन नूं, और सुनिया सुनन तो बाद समझ पै गई समझ पगरों जिन्हां नैगेटिव्स नाल जुड़िया सी। जांस्यों रच रहे हाँ, जो गलत इवल्स के साथ मैं जुड़ा था सबको तज गए हाँ, छोड़ दिए। सुपना जो पे हाँ, पास्ट की बातें छोड़ दी, सब नेगेटिव छड़ देते, छुट गए ना, वो सब पास्ट हो गया। नो गिल्ट, नो पछतावा, गॉन। नदी का पानी एक बारी हमारे सामने से निकल जाए वापस नहीं आता। सुपना जो पे हाँ हर नाम जिन लए, जो सच को ले लेता है उसको ये गेम समझ में आ जाती है। हर तज अन लगे हैं उसको समझ में आ जाता है जो मैं नेगेटिव्स दे नाल जुड़िया होया सी। जन्मे मर भगे हाँ, जदों दा पैदा होया भटक रहा, रोज रोज मरदा रहंदा हाँ। मैं अपने जीण दे वसीले बना रहा सी, पर मैनू समझ नहीं आती कि मैं परदेसी होके भटकदा ही रहा, स्टेबिलिटी नहीं आई।
ਹਰ ਹਰ ਜਨ ਲਏ ਹਾਂ। ਹਰ ਹਰ ਜਨ ਦਾ ਮਤਲਬ ਕੀ ਹੁੰਦਾ ਹੈ? ਵਿਜ਼ਡਮ ਦੇ ਥਰੂ ਵਰਚੂਜ਼ ਨੂੰ ਲੈਣਾ, ਛੋਟੇ ਛੋਟੇ ਨਿੱਕੇ ਨਿੱਕੇ ਆਈਡੀਅਲਸ ਨਾਲ ਜੀਣਾ। ਜੀਵਤ ਸੇ ਰਹਿਆ ਸਿੰਸ ਦੈਨ ਜੀਣਾ ਆ ਗਿਆ। ਜਿਸੇ ਕਿਰਪਾਲ ਹੋਏ ਹਾਂ, ਕਿਰਪਾ ਦਾ ਮਤਲਬ ਹੁੰਦਾ ਹੈ ਵਿਜ਼ਡਮ ਨੂੰ ਲੈਣਾ। ਨਾਨਕ ਭਗਤ ਸੋਏ, ਭਗਤ ਦਾ ਮਤਲਬ ਹੁੰਦਾ ਹੈ ਜਦੋਂ ਮਨ ਵਿਜ਼ਡਮ ਰੂਪੀ ਦੁੱਧ ਅੰਮ੍ਰਿਤ ਲੈ ਕੇ ਆਪਣੇ ਸਾਰੇ ਅੰਗਾਂ ਨੂੰ ਵਰਤਦਾ ਹੈ। ਮਨ ਫਿਕਸ, ऑर्गन फिक्स, सारे ऑर्गन काबू आ गए। मन फिक्स, मन जीते जग जीत। जग जीतना मतलब दुनिया को जीतना नहीं होता है। जग जीतना मतलब होता है अपना थॉट प्रोसेस एंड अपने इंद्रे ज्ञानेंद्रे, अपनी सारी बॉडी नू काबू करना आ जाता है। ਅਸੀਂ ਛੇਤੀ ਨਾਲ ਛਿੱਥੇ ਪੈ ਜਾਂਦੇ ਹਾਂ, ਛੇਤੀ ਨਾਲ ਇੰਬੈਲੈਂਸ ਹੋ ਜਾਂਦੇ ਹਾਂ, ਇੱਕਦਮ ਆਪਣੀ ਲੈਂਗੁਏਜ ਸਾਡੀ ਚੇਂਜ ਹੋ ਜਾਂਦੀ ਹੈ। ਸਾਡਾ ਮੱਥਾ ਕੁੱਟਿਆ ਜਾਂਦਾ ਹੈ ਔਰ ਸਾਡੇ ਬੋਡੀ ਦੇ ਅੰਦਰ ਹਾਰਮੋਨਲ ਲੈਵਲਸ ਚੇਂਜ ਹੋ ਜਾਂਦੇ ਨੇ। ਔਰ ਜੇ ਧਿਆਨ ਨਾ ਕੀਤਾ ਜਾਏ ਤਾਂ ਸਾਡੇ ਨੌਰ ਐਪੀਨੈਫਰੀਨ ਵਰਗੇ, ਹੁਣ ਤੱਕ ਮੈਂ 50 ਕੈਮੀਕਲਸ ਸੁਣੇ ਨੇ, ਕਿਤਨੇ ਸਾਰੇ ਹਾਰਮੋਨਸ ਇੰਬੈਲੈਂਸ ਹੋ ਜਾਂਦੇ ਨੇ ਤਾਂ ਆਸਤਾ ਆਸਤਾ ਅਸੀਂ ਡਿਪਰੈਸ਼ਨ ਹੀ ਜਾਣਾ ਸ਼ੁਰੂ ਕਰ ਦਿੰਦੇ ਹਾਂ, ਉਦਾਸੀਨ ਹੋਣੇ ਸ਼ੁਰੂ ਕਰ ਦਿੰਦੇ ਹਾਂ ਔਰ ਸੁਸਾਈਡ ਦੀਆਂ ਗੱਲਾਂ ਕਰਨ ਲੱਗ ਪੈਂਦੇ ਹਾਂ ਔਰ ਕਹਿੰਦੇ ਆ ਜ਼ਮਾਨਾ ਵਿਗੜ ਗਿਆ ਹੈ ਔਰ ਕਹਿਣਾ ਸ਼ੁਰੂ ਕਰ ਦਿੰਦੇ ਆ ਅਬ ਜੀਨੇ का कुछ स्वाद नहीं है। ਸਾਰੀ ਦੁਨੀਆ ਵਿਗੜ ਗਈ ਹੈ। ਇੰਝ ਅਸੀਂ ਸੋਚਣ ਲੱਗ ਪੈਂਦੇ ਹਾਂ ਹੋਇਆ ਕੀ ਹੈ, ਮੇਰਾ ਮਨ ਪਰਦੇਸੀ ਸੀ, ਮੈਂ ਨੈਗੇਟਿਵ ਸੋਚਿਆ, ਛੇਤੀ ਨਾਲ ਇੰਬੈਲੈਂਸ ਹੁੰਦਾ ਸੀ। ਜੋ ਹੀ ਛੇਤੀ ਨਾਲ ਇੰਬੈਲੈਂਸ ਹੁੰਦੇ ਨੇ ਸਾਡੇ ਹਾਰਮੋਨਸ ਚੇਂਜ ਹੁੰਦੇ ਨੇ, ਇੰਬੈਲੈਂਸ ਹੋਣੇ ਸ਼ੁਰੂ ਹੁੰਦੇ ਨੇ। ਸੋ ਜਿਸੇ ਕਿਰਪਾਲ ਹੋਏ ਨਾਨਕ ਭਗਤ ਸੋਏ, ਉਹ ਬੈਲੈਂਸ ਹੋ ਜਾਂਦਾ ਹੈ, ਉਹਦੇ ਔਰਗਨਸ ਕਾਬੂ ਆ ਜਾਂਦੇ ਨੇ, ਇੱਕਦਮ ਵੋਲਕੈਨੋ ਵਾਂਗੂ ਫਟਦੇ नहीं ने, फिर एकदम से आग बबूला नहीं हो जाते। किसी ने किसी दे बच्चे ਨੂੰ ਪੁੱਛਿਆ ਸੀ तुम्हारे घर में सबसे ताकतवर कौन है? कहता मेरे पापा। अच्छा, तेरे पापा सबसे ज़्यादा ताकतवर है, कैसे? कहता दादी बताती है बचपन में आदतें पड़ी हुई हैं इसको, तेरे बाप को, जरा सी कोई बात ना मानो सारा आसमान सिर पे उठा लेता था। सारा आसमान सिर पे उठाना एक इडियम है, ताकतवर नहीं है। मूर्ख मन दे पिछे लगा हुआ है, छेती नाल हेठली उतली कर दिंदा है, डाइनिंग टेबल पुट्ठा कर दिंदा है, पाई हुई रोटी या प्लेटां पुठियां कर दिंदा है और घर नूं नरक बना दिंदा है। आसमान सिर पर उठा लिया, भगत अवस्था नहीं बनी, बैलेंस नहीं होया। ਇਹ ਅਸੀਂ ਦੂਜਾ ਸ਼ਬਦ ਪੜ੍ਹਿਆ ਸੀ ਔਰ ਹੁਣ ਸੈਮੀਨਾਰ ਕਰਦਿਆਂ ਹੋਇਆ ਇਹ ਸਲਾਈਡਸ ਪੜ੍ਹਦਿਆਂ ਹੋਇਆ ਤੀਸਰਾ ਔਰ ਚੌਥਾ ਸ਼ਬਦ ਸਮਝਣ ਦਾ ਨਾਲ ਨਾਲ ਯਤਨ ਕਰਾਂਗੇ। ਸੋ ਆਓ ਅਸੀਂ ਆਪਣੇ ਇਸ ਟੌਪਿਕ ਵਿੱਚ ਮਨ ਦੇ ਬਾਰੇ ਹੁਣ ਅੱਗੇ ਸ਼ੁਰੂ ਕਰਾਂਗੇ, ਮਨ ਦੀ ਇੰਟਰੋਡਕਸ਼ਨ। ਹਾਂਜੀ, चलो ਅਸੀਂ देखिए कि साड़ा मन की करता है। शरीर कुछ करे या ना करे पर मन कुछ ना कुछ काम लगा ही रहता है। मन जैसा सोचता है वैसे काम शरीर तो करवा लेंदा है। सो ਅਸੀਂ ਇਹ ਪੁਆਇੰਟ ਪਹਿਲਾਂ ਸਮਝ ਚੁੱਕੇ ਹਾਂ ਕਿ ਸਾਡਾ ਸਰੀਰ ਕੁਝ ਕਰੇ ਜਾਂ ਨਾ ਕਰੇ, ਮਨ ਹਰ ਵੇਲੇ ਕੁਝ ਨਾ ਕੁਝ ਕਰਦਾ ਰਹਿੰਦਾ, ਭਾਵੇਂ ਅਸੀਂ ਸੁੱਤੇ ਹੋਏ ਹਾਂ। ਔਰ ਅਸੀਂ ਦੂਸਰੇ ਨੂੰ ਮੂਰਖ ਬਣਾ ਸਕਦੇ ਹਾਂ, ਲੇਕਿਨ ਮਨ ਕੁਛ ਨਾ ਕੁਛ ਕਰਦਾ ਰਹਿੰਦਾ ਔਰ ਸਰੀਰ ਕੋਲੋਂ ਕਰਵਾ ਲੈਂਦਾ ਹੈ। मन सारे शरीर का चालक है, ਸਾਰੇ ਸਰੀਰ ਦਾ ਪਾਇਲਟ ਹੈ, ਚਾਲਕ ਹੈ। ਸਰੀਰ ਨੂੰ ਬਿਲਕੁਲ ਆਪਣੀ ਮਰਜ਼ੀ ਦੇ ਨਾਲ ਮੈਨੂਵਰ ਕਰਦਾ ਹੈ ਮਨ। ਹਾਂਜੀ, ਮਨ ਕਿਰਿਆਤਮਕ ਹੈ, ਜਿਵੇਂ ਕਿ ਮਨ ਹੀ ਗਾਉਂਦਾ ਹੈ,
ਮਨ ਕਰ ਕਭੂ ਨਾ ਹਰ ਗੁਣ ਗਾਇਓ। हाँ जी, साडा मन गाउंदा है। साध संगत जी, ਇਹ ਜ਼ੁਬਾਨ ਤਾਂ ਇੱਕ ਔਰਗਨ ਹੈ ਜਿਸ ਦਾ ਮਨ ਕੁੜੀਆਂ ਦੇ ਐਟਰੀਬਿਊਟਸ, ਕੁੜੀਆਂ ਦੀਆਂ ਬਿਲੋਰੀ ਅੱਖਾਂ, ਕੁੜੀਆਂ ਦੇ ਵਾਲ ਔਰ ਜ਼ੁਲਫਾਂ ਦੇਖਦਾ ਰਹਿੰਦਾ ਹੈ। ਉਸ ਦਾ ਮਨ ਐਸੇ ਲੱਚਰ ਗੀਤ ਹੀ ਗਾਏਗਾ। ਪਰ ਜਿਸ ਦਾ ਮਨ ਗੋਡਲੀ ਕੁਆਲਿਟੀਜ਼ ਦੇਖਣਾ ਚਾਹੁੰਦਾ ਹੈ, ਉਹ ਗੋਡਲੀ ਪ੍ਰੇਜ਼ ਦੀਆਂ ਹਿਮਸ ਗਾਏਗਾ। ਗਾਉਂਦਾ ਮਨ ਹੈ। ਇਸ ਜ਼ਬਾਨ ਔਰ ਇਸ ਗਲੇ ਵਿੱਚ ਕੋਈ ਤਾਕਤ ਨਹੀਂ ਹੈ। ਮਨ ਹੀ ਚਲਦਾ ਹੈ, ਮਨ ਮੇਰੇ ਸਤਿਗੁਰ ਕੇ ਭਾਣੇ ਚਲ। ਸੋ ਸਾਡਾ ਸਰੀਰ ਤਾਂ ਹੀ ਚੱਲ ਸਕਦਾ ਸਤਿਗੁਰ ਕੇ ਭਾਣੇ ਜੇ ਮਨ ਚੱਲੇ। ਸਾਧ ਸੰਗਤ ਜੀ, ਤੁਹਾਨੂੰ ਜੋ ਕੁਝ ਪਤਾ ਹੈ ਮੈਂ ਅੰਡਰ ਐਸਟੀਮੇਟ ਨਹੀਂ ਕਰ ਸਕਦਾ, ਪਰ ਮੈਂ ਸਮਝਣ ਵਾਸਤੇ ਬਿਲਕੁਲ ABC ਤੋਂ ਚੱਲ ਰਿਹਾ ਕਿ ਮਨ ਸਤਿਗੁਰ ਕੇ ਭਾਣੇ ਚੱਲਦਾ ਹੈ। ਨਹੀਂ ਚੱਲਦਾ, ਇਸ ਕਰਕੇ ਉਹਨੂੰ ਕਹਿਣਾ ਪੈ ਰਿਹਾ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ। ਔਰ ਗੁਰਬਾਣੀ ਕਹਿੰਦੀ ਹੈ ਮਨ ਸੋ ਸਿੱਖ ਸਖਾ ਬੰਦਾ ਪੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਤਾਂ ਤੇ ਮਾਨੋ ਸਿੱਖ ਰਿਹਾ ਔਰ ਉਸ ਰਾਹ ਤੇ ਟੁਰ ਰਿਹਾ। ਅਦਰਵਾਈਜ਼ ਆਪਣੇ ਭਾਣੇ ਜੋ ਚੱਲੇ ਭਾਈ, ਮਨ ਆਪਣੇ ਭਾਣੇ ਚੱਲਦਾ ਹੈ, ਆਪਣੀ ਮਰਜ਼ੀ ਕਰਦਾ ਹੈ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਡਿਸਟਰਬ ਰਹਿੰਦਾ ਹੈ, ਅਪਸੈਟ ਰਹਿੰਦਾ ਹੈ, ਭਟਕਦਾ ਹੀ ਰਹਿੰਦਾ ਹੈ। ਮਨ ਹੀ ਗਿਆਨ ਲੈਂਦਾ ਹੈ, ਐਸਾ ਗਿਆਨ ਜਪੋ ਮਨ ਮੇਰੇ। ਅੱਛਾ, ਇਹਦਾ ਮਤਲਬ ਮਨ ਨੂੰ ਗਿਆਨ ਲੈਣਾ ਪਏਗਾ। ਅਸੀਂ ਗਿਆਨ ਇਹਨਾਂ ਅੱਖਾਂ ਨਾਲ ਜਾਂ ਕੰਨਾਂ ਨਾਲ ਕੁਝ ਸੁਣ ਕੇ ਔਰ ਪੜ੍ਹ ਕੇ ਔਰ ਟੀਵੀ ਦੇਖ ਕੇ ਔਰ ਅਖਬਾਰਾਂ ਪੜ੍ਹ ਕੇ ਲੈ ਲੈਂਦੇ ਹਾਂ, ਪਰ ਸਾਡਾ ਮਨ ਸੱਚ ਦੀ ਗਿਆਨ ਦੀ ਗੱਲ ਹੀ ਨਹੀਂ ਕਰਦਾ, ਕਿਉਂਕਿ ਉਹ ਲੈਂਦਾ ਹੀ ਨਹੀਂ। ਮਨ ਕਿਰਿਆਤਮਕ ਹੈ, ਜਿਵੇਂ ਕਿ ਮਨ ਗਿਆਨ ਨਾਲ ਹੀ ਕਾਬੂ ਆਉਂਦਾ ਹੈ। ਗਿਆਨ ਕਬਦਾ ਮਨ ਰੇ, ਗੁਰ ਬਿਨ ਗਿਆਨ ਨਾ ਹੋਏ। ਮੈਂ ਹਰ ਸਟੇਟਮੈਂਟ ਨੂੰ ਗੁਰਬਾਣੀ ਦੇ ਨਾਲ ਸਪੋਰਟ ਦੇਣ ਦਾ ਯਤਨ ਕੀਤਾ ਹੈ ਕਿ ਮੇਰੇ ਖਿਆਲ ਨਹੀਂ ਹਨ। ਮੈਂ ਇਹਨਾਂ ਖਿਆਲਾਂ ਨਾਲ ਸਹਿਮਤ ਹਾਂ, ਕਿਉਂਕਿ ਇਹ ਖਿਆਲ ਸਤਿਗੁਰ ਦੀ ਐਡਵਾਈਸ ਹੈ, ਐਡਵਾਈਜ਼ਸ ਨੇ। ਇਹ ਸਾਰੇ ਖਿਆਲ ਸਤਿਗੁਰ ਦੀ ਮੱਤ ਦੇ, ਵਿਜ਼ਡਮ ਦੇ, ਸਾਰੀ ਦੁਨੀਆ ਵਾਸਤੇ ਮਾਈਲਸਟੋਨਸ ਨੇ। ਮਨ ਨੂੰ ਗਿਆਨ ਲੈਣਾ ਪਏਗਾ ਔਰ ਮਨ ਗਿਆਨ ਕਰਕੇ ਹੀ ਕਾਬੂ ਆਏਗਾ। ਗਿਆਨ ਦੇ ਬਾਰੇ ਪਹਿਲੇ मैं साझ कर चुका हाँ। नॉलेज इकट्ठी करना ज्ञान नहीं होता, पंडिताई होती है। खर चंदन जस पारा, जैसे खोता सिर के ऊपर भार उठा लेता है, वो होता है। लेकिन जिस ज्ञान दे नाल, जिस नॉलेज दे नाल मेरा मन काबू आंदा है और मेरी बॉडी काबू आ सकती है, उसको ज्ञान बोलते हैं। और जिसे काबू नहीं आता और नॉलेज बड़ी होती है, उसको कुज्ञान बोलते हैं, ज्ञान नहीं बोलते हैं। पर मन सतगुर दी मत लैके जदों प्रैक्टिकल उहदे ते टुरदा है, ਤਾਂ ਮਨ ਨੂੰ ਸਹੀ ਮੈਨੇ ਵਿੱਚ ਗਿਆਨ ਪ੍ਰਾਪਤ ਹੁੰਦਾ ਹੈ। ਮਨ ਨੂੰ ਬਾਰ-ਬਾਰ ਸੋਧ ਕੇ ਠੀਕ ਕਰ ਸਕੀਦਾ ਹੈ। ਕੁੱਟ-ਕੁੱਟ ਮਨ ਕਸਵੱਟੀ ਲਾਵੇ। ਹਾਂ, ਮਨ ਨੂੰ ਬਾਰ-ਬਾਰ ਕੁੱਟਣਾ ਪੈਂਦਾ ਹੈ। ਇਹ ਬਾਰ-ਬਾਰ ਆਪਣਾ ਸਿਰ ਚੁੱਕਦਾ ਹੈ, ਪੌਪਅਪ ਨੈਗੇਟਿਵਸ ਹੁੰਦੇ ਨੇ ਔਰ ਇਸ ਨੂੰ ਬਾਰ-ਬਾਰ ਲੇਮੈਨ ਦੀ ਲੈਂਗੁਏਜ ਵਿੱਚ ਸਪਰੈਸ ਕਰਨਾ ਪੈਂਦਾ ਹੈ। ਇਹ ਜਾਂਚ ਪਹਿਲਾਂ ਸਿੱਖਣੀ ਪੈਂਦੀ ਹੈ। ਅਦਰਵਾਈਜ਼ ਕਈ ਲੋਕ ਬੋਲਤੇ ਹੈ अजी सप्रेस नहीं करना चाहिए, पर पहला सप्रेस करने की जाच सिखानी पैंदी है। आस्ता आस्ता उसका सुभाव विच तब्दील हो जाता है। आस्ता आस्ता उसका एटीट्यूड बन जाता है कि ये नेगेटिव काम मैंने नहीं करना, वरना चंचल मत बारक बपरे की सर पगन कर मेला है। बच्चे को तो मालूम नहीं है ना, वो सांप को और अग्नि को हाथ लगा देता है, पर उसको रोकते हैं ना हम। से यस और नो,
ਰੋਕਦੇ ਆ ਨਾ, ਇਸ ਤਰ੍ਹਾਂ ਮਨ ਨੂੰ ਕੁੱਟ-ਕੁੱਟ ਮਨ ਕਸਵੱਟੀ ਲਾਵੇ ਕਰਨਾ ਪੈਂਦਾ ਹੈ। ਮਨ ਹੀ ਮਾਣ ਕਰਦਾ ਹੈ, ਮਨ ਤੂੰ ਮਤ ਮਾਣ ਕਰੇ, ਜੇ ਹੋ ਕਿਸ ਜਾਣਦਾ ਗੁਰਮੁਖ ਨਿਮਾਣਾ ਹੋਏ। ਹਾਂਜੀ, ਹੁਣ ਸਾਧ ਸੰਗਤ ਜੀ ਇੱਕ ਹੋਰ ਪੁਆਇੰਟ ਨਿਕਲ ਕੇ ਆਇਆ ਕਿ ਮਨ ਮਾਣ ਕਰਦਾ ਹੈ, ਮਨ ਹੰਕਾਰ ਕਰਦਾ ਹੈ और मन ਨੂੰ कह रहे मन तू मत मान करे जे हो के जानदा। अगर किसी इंसान को कुछ भी मालूम है और वो उसका अहंकार करता है तो उसकी बॉडी अहंकार नहीं कर रही है, दरअसल उसका मन कर रहा है और मन अहंकार करके जलता रहता है। ਅਸੀਂ ਆਪਣੀ ਨੈਕਸਟ ਸਲਾਈਡ ਪੜਾਂਗੇ ਕਿ ਗੁਰਬਾਣੀ ਵਿੱਚ ਮਨ ਨੂੰ ਕੀ ਕਿਹਾ ਗਿਆ ਹੈ। ਮੈਂ ਕੁਝ ਐਗਜ਼ਾਮਪਲਸ ਰੱਖੇ ਨੇ ਔਰ ਉਹ ਕੁਝ ਐਗਜ਼ਾਮਪਲਸ ਅਸੀਂ ਪੜ੍ਹਦੇ ਹਾਂ ਗੁਰਬਾਣੀ ਵਿੱਚ ਵਰਤੀ ਗਈ ਸ਼ਬਦਾਵਲੀ। ਹਾਂਜੀ, ਨਰ, ਜੀ, ਅੰਧਾ, ਪ੍ਰਾਣੀ, ਮਾਨੁਖ, ਮਾਨਸ ਆਦਿ ਇਹ ਸਾਰੇ ਲਫ਼ਜ਼ ਮਨ ਪਰਥਾਏ ਆਉਂਦੇ ਹਨ। ਹਾਂਜੀ, ਇਹ ਸਾਰੇ ਲਫ਼ਜ਼ ਮਨ ਦੇ ਬਾਰੇ ਵਰਤੇ ਗਏ ਨੇ। ਜਦੋਂ ਮਾਨਸ ਵੀ ਆਇਆ ਹੈ ਤਾਂ ਮਨ ਨੂੰ ਕਿਹਾ ਗਿਆ ਹੈ, बॉडी ਨੂੰ नहीं किया गया। हम समझते हैं ये बॉडी को मनुष्य या मनुख बोला गया, नहीं, मन को बोला गया। ਗੁਰਬਾਣੀ ਵਿੱਚ ਵਰਤੀ ਗਈ ਸ਼ਬਦਾਵਲੀ ਉਦਾਹਰਨ ਦੇ ਤੌਰ ਤੇ ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆਨ, ਕੋ ਨਾਨਕ ਨਰ ਬਾਵੜੇ ਕਿਉਂ ਨਾ ਬਚੇ ਭਗਵਾਨ। ਮਨ ਨੂੰ ਨਰ ਕਿਹਾ ਗਿਆ ਤੇ ਮਨ ਬਿਰਧ ਹੁੰਦਾ ਹੈ। ਮਨ ਬੱਚਾ ਹੁੰਦਾ ਹੈ, ਮਨ ਬੁੱਢਾ ਹੁੰਦਾ ਹੈ, ਮਨ ਜਵਾਨ ਹੁੰਦਾ ਹੈ। ਤਰਨਾ ਪੋ ਇਉਂ ਹੀ ਗਿਓ ਲਿਓ ਜ਼ਰਾ ਤਨ ਜੀਤ। ਮਨ ਉਤੇ ਸਾਰੀ ਅਵਸਥਾਵਾਂ ਵਾਪਰਦੀਆਂ ਔਰ ਅਸੀਂ ਅੱਗੇ ਸਮਝਾਂਗੇ ਜਦੋਂ ਮਨ ਪੈਦਾ ਹੁੰਦਾ ਹੈ ਉਸ ਤੋਂ ਬਾਅਦ ਡੇ ਬਾਈ ਡੇ ਮਨ ਬਣਦਾ ਜਾਂਦਾ ਹੈ, ਬਣਦਾ ਹੀ ਜਾਂਦਾ ਹੈ, ਬਣਦਾ ਹੀ ਜਾਂਦਾ ਹੈ, ਵੱਡਾ ਹੁੰਦਾ ਜਾਂਦਾ ਹੈ, ਵੱਡਾ ਹੁੰਦਾ ਜਾਂਦਾ ਹੈ ਔਰ ਵੱਡਾ ਹੀ ਹੁੰਦਾ ਜਾਂਦਾ ਹੈ। ਸੋ ਐਵਰੀ ਡੇ ਮਨ ਇਜ਼ ਇਵੋਲਵਿੰਗ, ਇਵੋਲਵ ਹੁੰਦਾ ਹੈ। ਇਹ ਗੱਲ ਵੱਖਰੀ ਹੈ ਕਿ ਚੰਗੇ ਪਾਸੇ ਇਵੋਲਵ ਹੋਵੇ ਜਾਂ ਮੰਦੇ ਪਾਸੇ ਹੋਵੇ। ਮਨ ਮੇਰੇ ਭੁੱਲੇ ਕਪਟ ਨਾ ਕੀਜੇ, ਅੰਤ ਨਵੇਰਾ ਤੇਰੇ ਜੀ ਪੇ ਲੀਜੇ। ਹਾਂ, ਜੀ ਪੈ ਲੀਜੇ। ਜੀ ਹੁੰਦਾ ਹੈ ਮਨ ਦੇ ਅੰਦਰ ਵਸਦੇ ਰੱਬ ਜੀ ਔਰ ਉੱਥੇ ਸੋਲੂਸ਼ਨ ਹੈ ਔਰ ਮਨ ਨੂੰ ਕਿਹਾ ਤੂੰ ਕਪਟ ਕਰਦਾ ਰਹਿੰਦਾ ਹੈ, ਤੂੰ ਸੋਲੂਸ਼ਨ ਸਮਝ, ਨਿਜ ਕਰ। ਜੀ ਇੱਥੇ ਜੀ ਦਾ ਮਤਲਬ ਜਿੱਥੇ ਗੋਡ ਵਸਦਾ ਹੈ ਅੰਦਰੋਂ, ਜਿੱਥੋਂ ਰੀਅਲ ਖੁਦਾਈ ਪੈਗਾਮ, ਜ਼ਮੀਰ ਦੀ, ਵਿਲ ਦੀ, ਕੌਨਸ਼ੀਅਸ ਦੀ ਆਵਾਜ਼ ਜਿੱਥੋਂ ਆਉਂਦੀ ਹੈ ਉੱਥੋਂ ਤੈਨੂੰ ਸੋਲੂਸ਼ਨ ਮਿਲ ਸਕਦਾ ਹੈ। ਆਪਣੇ ਪੋ ਕੇ ਹੋਏ ਬਸਮਣ ਭੋਰ ਸਦਾਇਆ। ਇਸ ਦੀ ਅਖੀਰਲੀ ਪੰਕਤੀ ਹੈ, ਮਨ ਅੰਧੇ ਜਨਮ ਗਵਾਇਆ, ਵਿੱਚ ਦੁਨੀਆ ਕਾਇ ਆਇਆ। ਹਾਂਜੀ, ਦੁਨੀਆ ਦਾ ਮਤਲਬ ਇਹ ਸਾਰੀ ਦੁਨੀਆ ਨੂੰ ਨਹੀਂ ਕਹਿੰਦੇ ਨੇ। ਦੁਨੀਆ ਦਾ ਮਤਲਬ ਇਸ ਥਾਟ ਪ੍ਰੋਸੈਸ ਵਿੱਚ, ਇਸ ਬੋਡੀ 'ਚ ਕਿਉਂ ਆਇਆ। ਮਨ ਨੂੰ ਕਹਿ ਰਹੇ ਨੇ, ਰੱਬ ਜੀ ਨੇ ਨਹੀਂ ਭੇਜਿਆ। ਮਨ ਇੱਥੇ ਪੈਦਾ ਹੋਇਆ ਔਰ ਇਹ ਅੰਧਾ ਹੈ। ਮਨ ਅੰਧਾ ਹੈ, ਜਨਮ ਗਵਾਇਆ, ਸਾਰਾ ਗੜਬੜ ਕਰਦਾ ਹੈ। ਹਾਂਜੀ, ਸਾਰੇ ਅੰਗ ਮਨ ਦੇ ਅਧੀਨ ਕੰਮ ਕਰਦੇ ਹਨ। ਉਦਾਹਰਨ ਦੇ ਤੌਰ ਤੇ ਮਨੁੱਖ ਦੇ ਸਰੀਰ ਦੇ ਵੱਸ ਕੁਝ ਵੀ ਨਹੀਂ ਹੈ। ਆਲ ਆਰਗਨਸ ਆਰ ਵਰਕਿੰਗ ਸਬਜੈਕਟ ਟੂ ਮਨ। ਉਦਾਹਰਨ ਦੇ ਤੌਰ ਤੇ ਇਹ ਖਾਣ ਦਾ ਮੇਰਾ ਮਨ ਨਹੀਂ ਹੈ, ਉਹ ਖਾਣ ਤੇ ਮੇਰਾ ਮਨ ਹੈ। ਇਹਦਾ ਮਤਲਬ ਮਨ ਕਰਦਾ ਹੈ, ਖਾਂਦੀ ਜੀਭ ਹੈ, ਮੂੰਹ ਰਾਹੀਂ ਖਾਂਦੇ ਹਾਂ, ਬਟ ਸਬਜੈਕਟ ਟੂ ਮਨ। ਉੱਥੇ ਜਾਣ ਤੇ ਮੇਰਾ ਮਨ ਨਹੀਂ, ਉੱਥੇ ਜਾਣ ਤੇ ਮੇਰਾ ਮਨ ਕਰ ਰਿਹਾ ਹੈ। ਸੋ ਜਿੱਥੇ ਵੀ ਅਸੀਂ ਜਾਂਦੇ ਹਾਂ ਸਬਜੈਕਟ ਟੂ ਮਨ, ਮਨ ਲਿਜਾਂਦਾ ਹੈ, ਮਨ ਕਰਦਾ ਹੈ। ਆਪ ਹੀ ਅਸੀਂ ਕਹਿ ਰਹੇ ਹਾਂ ਉੱਥੇ ਜਾਣ ਤੇ ਮੇਰਾ ਮਨ ਨਹੀਂ ਹੈ। माँ बोल रही है बेटा आओ चलो गुरुद्वारे चले, नहीं मम्मी मेरा मन नहीं है। जी मम्मी कहे आओ फिल्म देखने चलते हैं, हाँ मेरा मन कर रहा है, मेरा भी मन कर रहा है कि फिल्म देखने जाना है। मन करता है। माँ बोल रही है मैं आज सब्जी नहीं, नहीं मेरा मन नहीं करता, मेरे को नॉन वेज मंगा के दो। मन कहता है। हाँ जी, ਉਹ ਬੰਦਾ ਮੈਨੂੰ ਮਨ ਕਰਕੇ ਭਾਉਂਦਾ ਹੀ ਨਹੀਂ, ਉਹ ਬੰਦਾ ਮੈਨੂੰ ਮਨ ਕਰਕੇ ਭਾਉਂਦਾ ਹੈ। ਸੋ ਇਹ ਸਾਰੇ ਨਾ ਬੰਧਨ ਨੇ ਮਨ ਦੇ। ਗੁਰੂ ਸਾਹਿਬ ਨੂੰ ਕਹਿੰਦੇ ਨੇ ਆਸ਼ਾ ਮਨਸਾ ਇਹ ਸਰੀਰ ਹੈ
ਅੰਤਰ ਜੋਤ ਜਗਾਏ। ਜੇ ਅੰਦਰ ਜੋਤ ਜਗਾਈ ਜਾਏ ਤਾਂ ਫਿਰ ਮਨ ਨੂੰ ਇਹ ਸਮਝ ਆਏਗੀ ਮੈਨੂੰ ਕੀ ਕਰਨਾ ਹੈ, ਕੀ ਖਾਣਾ ਹੈ, ਕਿਸ ਮਨੁੱਖ ਨੂੰ ਦੇਖ ਕੇ ਨਫ਼ਰਤ ਨਹੀਂ ਕਰਨੀ ਹੈ, ਕਿੱਥੇ ਜਾਣਾ ਹੈ, ਸਾਰਾ ਕੁਝ ਮਨ। सात संगत जी फिर असी एक कदी नहीं कहेंगे हम सब कठपुतलियाँ हैं, जैसे भगवान ने चाहता है नाचते रहते हैं, है नहीं कहेंगे। फिर कहेंगे नहीं जैसे मेरा मन नचाता है वैसे नाचते हैं। ओ जी हम सब भगवान की कठपुतलियाँ हैं। केड़ी फिल्म से? राजेश खन्ना, आनंद। सात संगत जी फिल्मां का साडे मन उत्ते असर बड़ा होंदा है। फिल्मां ने दिखाता हम कई जन्म के साथी हैं, है ना। फिल्मां ने सिखाता जी हम सब भगवान की कठपुतलियां हैं, जैसे जैसे नचाता है ओ जी जब के रस्सी खींच लेता है मर जाता है। यही सी ना, यही था ना आनंद फिल्म में। राजेश खन्ना ऐसे ही बोला था ना। अब हम ऐसे नहीं बोलेंगे। फिल्म सिखा सकती है, धर्म नहीं सिखा रहा। धर्म नहीं कह रहा है भगवान की कठपुतलियां जैसे नचाता है वैसे नाचते हैं। फिर तो सरकार की जरूरत नहीं है, फिर तो पुलिस की जरूरत नहीं है, फिर तो वकीलों की जरूरत नहीं है, फिर तो सारा क्राइम चलता रहेगा, जो मर्जी जिसको कुछ भी करता रहेगा और हम कहेंगे भगवान नचा रहा है, भगवान कर रहा है। मनुख दे शरीर बस कुछ भी नहीं। उदाहरण के तौर ते उसने होर गल्लां कीतियां पर अपने मन की गल नहीं की। उसने अपने मन की गल मेरे नाल सांझ की। हुण एक एग्जाम्पल बनाओ। साध संगत जी एवरीबॉडी नोज कि असीं लिविंग ट्रेजर काउंसलिंग्स करते हैं। जदों कदी किसी डिप्रैशन वाले मरीज़ की काउंसलिंग करन जाते हैं तो उसके माता पिता बोलते हैं हमारे साथ तो बात करता ही नहीं है। हम उसके अंदर कमरे में गए, उससे बात की और उसने अपने मन की बात की। मेरे पापा गुस्सा बहुत करते हैं बचपन से, मेरी मम्मी बहुत गुस्सा करती है, मेरा किसी से बात करने को दिल ही नहीं करता। अच्छा और बताओ, बचपन में घर में पापा गुस्सा करते थे और अगर पापा घर में ना हो और मेरा कुछ भी करने को और खाने को दिल करे, बच्चा शरारती भी होता ही है, चंचल मत होती है, तो मम्मी बोलती थी पता है ना तेरे बाप का पुट्ठा टांग देगा तेनू। मम्मी और डराती थी। और उसके बाद जब मैं स्कूल जाता था कुछ ताकतवर बच्चे भी मुझे डराते थे और टीचर भी, मुर्गा बना दूंगी, बाहर खड़ा कर दूंगी, एब्सेंट लगा दूंगी, बुलाऊं तेरे बाप को। तो सब जगह ना सारे मेरे को ऐसे करते थे। ये उसने अपने मन की बात हमारे साथ की और घर वाले पूछते हैं क्या बात है, की गल है, तू कुछ खांदा नहीं बोलता नहीं, जाओ मेरे से बात मत करो। उनसे बात नहीं वो करता। जब हमारे साथ बात करता है अपनी प्राइवेट, उसको बोलते हैं अपने मन की गल की। और तुसी अपने जीवन में भी देखा होना, अल्टीमेटली असी ये सेंटेंस पढ़ते हैं उसने अपनी ढेर गल्लां कीतियां पर मन की गल नहीं की। इधर उधर दियां मारदा रहा, रारियां पारियां गल्लां करदा रहा पर मन की गल नहीं की। और जदों मुंडा कुड़ी नूं वेखण जांदा है या कुड़ी मुंडे नूं वेखण जांदी है, मन की गल नहीं करते ने, बस ये बात करते हैं आपने क्या पहना, टॉमी हिलफिगर के, मुझे भी बहुत अच्छा। फिल्म देखी, अच्छा फटी हुई जीन पहनते हो, मुझे भी अच्छी लगती है। मोटरसाइकिल तो मुझे बहुत अच्छी लगती है। परफ्यूम कौन सी लगाते हो, बाहर दियां सारियां गल्लां करनगे, मन की गल नहीं करनगे, दसणगे नहीं मेरे मन दे की चाहत है। और बाद विच पौड़े पैंदे ने तलाक दे, बाद विच सुसाइड। मन की गल नहीं, ਇਹਦਾ मतलब मन की गल कुछ होर है, बाहरलियां गल्लां कुछ होर ने। बाहरलियां गल्लां चिकनियां चुपड़ियां ने, चोपड़ी चोपड़ी प्रीत है। गुरु पातशाह कहते मन की गल गुरु नाल जाके करया कर, गोहज गल जी की कीजे सतगुर पास, जी की बिरथा होए सो गुर पे अरदास कर। अपने मन की गल, जिसनों असीं अपना बहुत क्लोज फ्रेंड समझते हैं ना,
ਅਸੀਂ ਆਪਣੇ ਮਨ ਦੀ ਗੱਲ ਉਹਦੇ ਨਾਲ ਕਰ ਲੈਂਦੇ ਹਾਂ। ਕਈ ਵਾਰੀ ਗੱਲ ਮਨ ਦੀ ਪਤੀ ਆਪਣੀ ਪਤਨੀ ਨਾਲ ਨਹੀਂ ਕਰ ਸਕਦਾ, ਕਈ ਵਾਰੀ ਪਤਨੀ ਆਪਣੇ ਪਤੀ ਨਾਲ ਨਹੀਂ ਕਰ ਸਕਦੀ, ਨੂੰਹ ਸੱਸ ਤੇ ਬਹੁਤ ਦੂਰ ਦੀ ਗੱਲ ਹੈ। ਔਰ ਬੱਚੇ ਆਪਣੇ ਫਰੈਂਡਸ ਨਾਲ ਕਰ ਲੈਂਦੇ ਨੇ, ਆਪਣੇ ਮਾਪਿਓ ਨਾਲ ਨਹੀਂ ਕਰਦੇ ਨੇ। ਇਹਦਾ ਮਤਲਬ ਮਨੁੱਖ ਦੇ ਸਰੀਰ ਵਾਸ ਕੁਝ ਵੀ ਨਹੀਂ ਹੈ। ਉਦਾਹਰਨ ਦੇ ਤੌਰ ਤੇ ਸਭ ਕੁਝ ਮਨ ਦੇ ਵਸ ਹੈ। ਉਸਨੇ ਆਪਣੇ ਮਨ ਦੀ ਗੱਲ ਮੇਰੇ ਨਾਲ ਸਾਂਝ ਕੀਤੀ। ਉਹ ਮਨ ਨਾਲ ਗਾਉਂਦਾ ਹੈ, ਉਹ ਦਿਖਾਵੇ ਅਤੇ ਪੈਸੇ ਲਈ ਗਾਉਂਦਾ ਹੈ। ਹਾਂ, ਕੁਝ ਲੋਕੀ ਅਸੀਂ ਆਪਣੇ ਜੀਵਨ ਵਿੱਚ ਦੇਖਾਂਗੇ ਉਹ ਪੈਸੇ ਵਾਸਤੇ ਗਾਉਂਦੇ ਨੇ, ਮਨ ਕਰਕੇ ਨਹੀਂ ਗਾਉਂਦੇ ਨੇ। ਲੇਕਿਨ ਜੋ ਮਨ ਕਰਕੇ ਗਾਉਂਦਾ ਨਾ, ਉਹ ਭਿੱਜ ਕੇ ਗਾਉਂਦਾ ਹੈ, ਉਹ ਆਪਣੀ ਰੂਹ ਨਾਲ ਗਾਉਂਦਾ ਹੈ, ਉਹ ਪੂਰੇ ਪੈਸ਼ਨ ਵਿੱਚ ਗਾਉਂਦਾ ਹੈ। ਪਰ ਅਫਸੋਸ ਦੀ ਗੱਲ ਹੈ ਕਿ ਜਦੋਂ ਇਹ ਟੀਵੀ ਤੇ ਆਉਂਦਾ ਨਾ, ਨੱਚ ਬੱਲੀਏ ਜਾਂ ਬੂਗੀ ਵੂਗੀ ਜਾਂ ਇੰਡੀਅਨ ਆਈਡਲ ਜਾਂ ਸਾਰੇ ਗਾਮਾ, ਤਾਂ ਮੈਂ ਦੇਖ ਕੇ ਬੜਾ ਹੈਰਾਨ ਹੁੰਦਾ, ਜੱਜਿਸ ਕੈਸੀ ਗੇਮ ਖੇਡਦੇ ਨੇ। ਜਦੋਂ ਛੋਟੇ ਬੱਚੇ ਲਿਟਲ ਚੈਂਪਸ ਗਾ ਰਹੇ ਹੁੰਦੇ ਨੇ ਤਾਂ ਉਹਨਾਂ ਨੂੰ ਕਹਿੰਦੇ ਬਹੁਤ ਦਿਲ ਸੇ ਗਾਇਆ, बहुत भीग के गाया, बिल्कुल जैसे प्रैक्टिकल बीइंग बन के गाया। तो मैं हैरान हो रहा सी उस जज उत्ते। वो शोज वास्ते ना करोड़ों रुपए लगते ने, कंपनियां वो शोज वास्ते स्पॉन्सर कर दिया ने करोड़ों रुपए, और साडे प्रोग्राम वास्ते सानू 15,000 देने दे लाले पै जाते हैं। और वो जज पता की कह रहा सी, एक 11 साल के बच्चे ने गाना गाया, कभी मेरे साथ सारी रात गुजार, तुझे सुबह तक करूंगा मैं प्यार। उन्होंने किस तरह भीज के गाया होना? ਇਹਦਾ मतलब मन से गाया ही नहीं था। मन से गाओ तो वो वाला बीइंग होता है। मन गाउंदा है, लेकिन बाकी जो असी दिखावे वास्ते गाते हैं ना, वो पैसे वास्ते या फेम वास्ते या वाह वास्ते गाते हैं, मन करके नहीं गाते हैं। इस करके बाणी चाहिए है, मन कर कबहू ना हर गुण गायो। जिस दिन मन करके गावांगे ना, संवर जावांगे, बदल जावांगे। वरना जो बिन प्रतीति कूड़ी कूड़ी अखी मीट दे, तिनका उतर जाएगा झूठ गुमान। कदों? जदों जम सताएगा, when evils और demon thoughts तेनू कॉन्कर कर लेंगे और तू डिस्टर्ब होएगा। बारों ते अखा तू नूट के बड़ा झूम झूम के गा रहा है, मिठा भी गा रहा है, राग च भी गा रहा है, ताल च भी गा रहा है, मन करके नहीं गाया। ਇਹ ਕੰਮ ਤੂੰ ਕਿਉਂ ਨਹੀਂ ਕਰਦਾ? ਅਸੀਂ ਕਹਿੰਦੇ ਹਾਂ ਮੇਰੀ ਮਰਜ਼ੀ। मेरी मर्जी मीन्स मेरे मन की मर्जी। असी मन नू समझते जा रहे हैं और आस्ता 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 करके मन को पकड़ना है। मैं डिफरेंट डिफरेंट एग्जाम्पल बनाने। मन गल्लां करदा है, मन सतगुर दे भाणे चलदा नहीं है, और मन ही अपनी सांझ नहीं भी करता, और मन ही गाउंदा है और मन नहीं भी गाउंदा। ਜਿਹੜੇ मन करके नहीं गाउंदे ने, या मन कई काम करना चाहता है, कई नहीं करना चाहता, मन की मर्जी मेरी मर्जी। सो सवाल पैदा होता है। हाँ जी, की सवाल पैदा होता है? ਮਨ ਕਿੱਥੋਂ ਆਇਆ? ਮਨ ਕਿਵੇਂ ਬਣਿਆ? ਮਨ ਕਿਸਨੇ ਬਣਾਇਆ? बस इतों सही मैंने अज का सैमीनार शुरू होता है। साध संगत जी, मैनू जो समझ आया, मुझको जैसे समझ आया मैं वो बोल रहा हूं। इसके ऊपर मैंने आर्टिकल लिखा और सबसे पहले मैंने अपनी मां से शेयर किया।
देन अपने ब्रदर, अपनी वाइफ और अपनी भाभी और घर के बाकी लोगों से और मेरी बेटी कीर्तन कौर, उसके साथ डिस्कस किया। और फिर मैंने लिविंग ट्रेजर के मेंबर्स के साथ डिस्कस किया। इसके बाद मेरे को साइकेट्रिस्ट की जो चाइल्ड साइकोलॉजी में पीएचडी की हमारी एक परिवार के साथ पारिवारिक मित्रता, मेरे वीर परमजीत सिंह जी और उनकी पत्नी सतिंदर कौर जी, इनकी बेटी, शी इज़ चाइल्ड पीएचडी इन चाइल्ड साइकोलॉजी शिकागो में। पहले यहाँ पर इनकी तरह वो रिया पहले यहाँ पर स्लाइड्स पढ़ती थी। मैंने उसको कॉल लगाई, आप चाइल्ड स्पेशलिस्ट हैं, मुझे धर्म की बातें पढ़ के एक बात समझ में आई है, कैन यू सपोर्ट मी और इफ़ आई एम रॉन्ग कैन यू करेक्ट मी। शी सेड हाँ वीर जी, की समझ आया। शिकागो व्हेन आई कॉल्ड हर, तो मैंने उसको बोला आपसे बात करके बताऊंगा कि मेरी कैलिफोर्निया में जहाँ पर हम युवा सिटी में सेमिनार करने जाते हैं, वहाँ पर डॉक्टर घुम्मन जो हैं, डॉक्टर घुम्मन के घर जब हम ठहरते हैं तो डॉक्टर घुम्मन बच्चों के स्पेशलिस्ट हैं और गायनाकोलॉजिस्ट हैं। तो मैंने डॉक्टर घुम्मन से भी पूछा था, पर पहले आप मेरे को बताओ, डॉक्टर घुम्मन मेडिकल साइंस के डॉक्टर हैं, आप चाइल्ड साइकोलॉजी पे पीएचडी हैं।